ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਜੀ ਭਾਸਕਰ ਜੀ ਔਰ ਇੰਦਰਪ੍ਰੀਤ ਜੀ, ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਲਓ ਜੀ, ਪੈਂਦਿਆਂ ਹੀ ਨਿਕਲ ਗਈ ਜੇ ਫੂਕ। ਕਰਪਸ਼ਨ ਦੇ ਖਿਲਾਫ ਜ਼ੀਰੋ ਟੋਲਰੈਂਸ ਦਾ ਮਾਮਲਾ ਮੂੰਹ ਤੇ ਮੂੰਹ ਡਿੱਗ ਪਿਆ। ਤਹਿਸੀਲਦਾਰਾਂ ਦੇ ਖਿਲਾਫ ਵਾਇਰਲ ਹੋਈ ਉਹ ਚਿੱਠੀ, ਤਹਿਸੀਲਦਾਰਾਂ ਦੇ ਕਥਿਤ ਭ੍ਰਿਸ਼ਟਾਚਾਰ ਦੇ ਨਜ਼ਰੀਏ ਤੋਂ ਵਾਇਰਲ ਚਿੱਠੀ ਜੰਗਲ ਦੀ ਅੱਗ ਵਾਂਗ ਫੈਲੀ ਤੇ ਉਸ ਤੋਂ ਬਾਅਦ ਤਹਿਸੀਲਦਾਰਾਂ ਨੇ ਇੱਕ ਦਿਨ ਦੀ ਛੁੱਟੀ ਲਈ। ਲੇਕਿਨ ਉਸ ਤੋਂ ਬਾਅਦ ਐਸੋਸੀਏਸ਼ਨ ਦੇ ਨੁਮਾਇੰਦੇ, ਰੈਵਨਿਊ ਐਸੋਸੀਏਸ਼ਨ ਦੇ ਨੁਮਾਇੰਦੇ ਇੱਕ ਵੱਡੇ ਆਲਾ ਅਧਿਕਾਰੀ ਨੂੰ ਮਿਲਦੇ ਨੇ, ਐਡੀਸ਼ਨਲ ਚੀਫ ਸੈਕਟਰੀ ਪੱਧਰ ਦੇ ਅਧਿਕਾਰੀ। ਔਰ ਉਸ ਮੀਟਿੰਗ ਦੇ ਵਿੱਚ ਕੀ ਹੁੰਦਾ ਹੈ, ਸੋਰਸਸ ਸਰੋਤ ਇਹ ਪੁਖਤਾ ਕਰ ਰਹੇ ਨੇ ਕਿ ਅਧਿਕਾਰੀ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਕੀ ਫਰਕ ਪੈਂਦਾ, ਇਹ ਰੂਟੀਨ ਮੈਟਰ ਹੈ। ਇਹੋ ਜਿਹੀਆਂ ਸੋਰਸ ਰਿਪੋਰਟਾਂ ਹਰ ਸਾਲ ਆਉਂਦੀਆਂ ਨੇ। ਇਹ ਸੀਰੀਅਸ ਮਾਮਲਾ ਹੈ ਕਿ ਇਹਨੂੰ ਲੀਕ ਕਿਉਂ ਕੀਤਾ ਗਿਆ। ਅਧਿਕਾਰੀ ਕਿਤੇ ਵੀ ਕਹਿੰਦੇ ਆ ਵੀ ਮੇਰੇ ਖਿਲਾਫ ਵੀ ਤਾਂ ਰੋਜ਼ ਹੁੰਦਾ, ਕਦੇ ਈਡੀ ਕਦੇ ਕੁਛ। ਮੈਂ ਫਿਰ ਇੱਕ ਵਾਰੀ ਜ਼ਿਕਰ ਕਰਦਿਆਂ ਕਿ ਇਸ ਅਧਿਕਾਰੀ ਦਾ ਜ਼ਿਕਰ ਕਰਦਿਆਂ ਸੋਰਸ ਇਹ ਦੱਸ ਰਹੇ ਨੇ ਕਿ ਰੈਵਨਿਊ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਪੁਖਤਾ ਕੀਤਾ ਗਿਆ, ਯਕੀਨੀ ਬਣਾਇਆ ਗਿਆ ਕਿ ਫਿਕਰ ਵਾਲੀ ਗੱਲ ਹੀ ਕੋਈ ਨਹੀਂ, ਤੁਸੀਂ ਬਿਲਕੁਲ ਨਿਸ਼ਚਿੰਤ ਹੋ ਜਾਓ। ਮੈਂ ਤਾਂ ਇਸ ਵਾਇਰਲ ਹੋਈ ਚਿੱਠੀ ਤੋਂ ਪਹਿਲਾਂ ਹੀ ਡੀਸੀਜ਼ ਨੂੰ ਕਹਿਤਾ ਸੀ ਵੀ ਇਹਦੇ ਤੇ ਇੱਕ ਰਿਪੋਰਟ ਭੇਜ ਦਿਓ, ਨਿਬੇੜ ਦਿਆਂਗੇ ਮਾਮਲਾ ਕਿੱਦਾਂ ਨਿਬੇੜਿਆ ਜਾਣਾ? ਕੀ ਮਾਮਲੇ ਨਿਬੇੜਨ ਲਈ ਛੇੜੇ ਜਾਂਦੇ ਆ? ਫਿਰ ਕਿੱਥੇ ਗਈ ਜ਼ੀਰੋ ਟੋਲਰੈਂਸ? ਕਿੱਥੇ ਗਈ ਸਰਕਾਰ ਦੇ ਦਾਅਵੇ? ਦੱਸਣਗੇ ਭਗਵੰਤ ਮਾਨ ਕੁਝ? ਕੀ ਉਸ ਅਧਿਕਾਰੀ ਵੱਲੋਂ ਇਸ ਗੱਲ ਤੇ ਕੋਈ ਸਫਾਈ ਆਊਗੀ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਨਹੀਂ ਕਹੀ? ਤੇ ਫਿਰ ਜੇ ਨਹੀਂ ਕਹੀ ਤੇ ਸੋਰਸਸ ਦੇ ਕੋਲ ਇਸ ਤਰ੍ਹਾਂ ਦੇ ਸਬੂਤ ਪਏ ਨੇ ਕਿ ਅੰਦਰ ਇਹ ਗੱਲਾਂ ਹੋਈਆਂ। ਮੈਂ ਗੱਲ ਅੱਗੇ ਤੋਰੂੰਗਾ ਕਿਉਂਕਿ ਇਹ ਸਾਡੇ ਮੱਥੇ ਦੀ ਸ਼ਿਕਨ ਨਹੀਂ ਹੈ। ਇਸ ਸਿਸਟਮ ਦੇ ਵਿੱਚ ਫੈਲੇ ਕੋਡ ਦੇ ਖਿਲਾਫ ਚੱਲੀ ਮੁਹਿੰਮ ਦੇ ਸਮਰਥਨ ਚ ਖੜੇ ਸਾਰੇ ਲੋਕਾਂ ਦੇ ਟੁੱਟੇ ਵਿਸ਼ਵਾਸ ਦਾ ਮਾਮਲਾ ਹੈ। ਇਹ ਵਿਸ਼ਵਾਸ ਦਾ ਮਾਮਲਾ ਹੈ ਉਹਨਾਂ ਲੋਕਾਂ ਤੇ ਜਿਹੜੇ ਸਹੁੰਆਂ ਖਾ ਕੇ ਜ਼ਿੰਮੇਵਾਰ ਅਹੁਦਿਆਂ ਤੇ ਬਹਿ ਕੇ ਇਸ ਸਟੇਟ ਦੇ ਕਸਟੋਡੀਅਨ ਬਣੇ ਬੈਠੇ ਆ ਤੇ ਉਹਨਾਂ ਦੀ ਅਪਰੋਚ, ਉਹਨਾਂ ਦੀ ਮਾਨਸਿਕਤਾ ਨੂੰ ਦਰਸਾਉਂਦਾ। ਇਹ ਲਖਾਇਕ ਹੈ ਉਸ ਸੋਚ ਦਾ ਜਿਹੜੀ ਸੋਚ ਸਾਨੂੰ ਰਿਪਰੈਜ਼ੈਂਟ ਕਰਦੀ ਦੱਸਦੀ ਹੈ ਜਿਹਨੇ ਸਾਰੇ ਫੈਸਲੇ ਲੈਣੇ ਹੁੰਦੇ ਆ। ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਟਾਰਗੇਟ ਨਹੀਂ ਕਰਦੇ, ਕਿਸੇ ਵਿਅਕਤੀ ਵਿਸ਼ੇਸ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਪਰ ਵਰਤਾਰਿਆਂ ਦੇ ਨਜ਼ਰੀਏ ਤੋਂ ਜੇਕਰ ਕਿਧਰੇ ਕੋਈ ਬਹੁਤ ਇਸ ਤਰ੍ਹਾਂ ਦੇ ਗੁਨਾਹ ਹੋ ਰਹੇ ਆ ਤਾਂ ਉਹਨਾਂ ਤੇ ਉਂਗਲ ਰੱਖਣੀ ਫਰਜ਼ ਬਣਦਾ ਹਰ ਬਸ਼ਰ ਦਾ ਜਿਹੜਾ ਪਬਲਿਕ ਡੋਮੇਨ 'ਚ ਹੈ। ਗੱਲ ਤੋਰਦੇ ਆ ਕਿ ਗੱਲ ਕੀ ਹੋਈ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਸਰੋਤ ਇਹ ਰਿਪੋਰਟ ਕਰ ਰਹੇ ਸੀਗੇ ਕਿ ਕੱਲ ਤਹਿਸੀਲਦਾਰਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਇੱਕ ਅਧਿਕਾਰੀ ਨਾਲ, ਐਡੀਸ਼ਨਲ ਚੀਫ ਸੈਕਟਰੀ ਪੱਧਰ ਦੇ ਇਹ ਮੁਲਾਕਾਤ ਪਾਈ ਜਾਂਦੀ ਆ ਮਾਮਲੇ ਨਿਬੇੜਨ ਲਈ, ਪਰ ਮਾਮਲਾ ਤਾਂ ਮੁੱਢੋਂ ਹੀ ਨਿਬੇੜਤਾ ਗਿਆ। ਗੱਲ ਤੋਰਿਓ ਜ਼ਰਾ। ਰੰਧਾਵਾ ਸਾਹਿਬ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਵਿਜੀਲੈਂਸ ਦੀ ਇੱਕ ਸੂਚੀ 48 ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੀ ਗਈ ਸੀ ਚੀਫ ਸੈਕਟਰੀ ਨੂੰ ਕਿ ਇਹ ਉਹ ਬੰਦੇ ਨੇ ਜਿਹੜੇ ਕਥਿਤ ਤੌਰ ਤੇ ਕਰਪਟ ਨੇ। ਹਾਲਾਂਕਿ ਉਹਨਾਂ ਭ੍ਰਿਸ਼ਟ ਤਹਿਸੀਲਦਾਰ ਲਿਖਿਆ ਹੋਇਆ। ਇਸ ਗੱਲ ਤੇ ਐਕਚੁਅਲੀ ਦਾ ਸਭ ਤੋਂ ਵੱਡਾ ਤਹਿਸੀਲਦਾਰਾਂ ਨੂੰ ਇਤਰਾਜ਼ ਹੈ ਕਿ ਉਹਨਾਂ ਨੂੰ ਭ੍ਰਿਸ਼ਟ ਤਹਿਸੀਲਦਾਰ ਲਿਖਿਆ ਹੋਇਆ, ਤੇ ਦੂਜਾ ਉਹਨਾਂ ਦਾ ਇਤਰਾਜ਼ ਸੀ ਵੀ ਇਹ ਪਬਲਿਕ ਡੋਮੇਨ ਚ ਆ ਗਈ। ਉਹਦੇ ਵਿੱਚ ਜਿਹੜੀ ਕੱਲ ਮੀਟਿੰਗ ਹੋਈ ਹੈ FCR ਨਾਲ, ਉਹ ਐਡੀਸ਼ਨਲ ਚੀਫ ਸੈਕਟਰੀ ਹੁਣ ਰੈਵਨਿਊ ਹੋ ਗਿਆ ਹੈ KP ਸਿਨਹਾ, ਉਹਨਾਂ ਨਾਲ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਵੀ ਉਹਨਾਂ ਨੇ ਇਹੀ ਕਿਹਾ ਕਿ ਜੀ ਇਹ ਇਸ ਤਰ੍ਹਾਂ ਦੀਆਂ ਸੋਰਸਿਸ ਰਿਪੋਰਟਾਂ ਤੋਂ ਸ਼ਿਕਾਇਤਾਂ ਤਾਂ ਪਹਿਲਾਂ ਵੀ ਆਉਂਦੀਆਂ ਰਹੀਆਂ, ਪਹਿਲਾਂ ਵੀ ਸੂਚੀਆਂ ਬਣਦੀਆਂ ਰਹੀਆਂ ਨੇ, ਤੇ ਲੇਕਿਨ ਜਿਹੜੀ ਆਹ ਪਬਲਿਕ ਡੋਮੇਨ 'ਚ ਤਾਂ ਕਦੇ ਨਹੀਂ ਗਈ, ਤੇ ਤੁਸੀਂ ਪਬਲਿਕ ਡੋਮੇਨ 'ਚ ਮਤਲਬ ਇਹ ਗਈ ਹੈ ਤੇ ਸਾਡੀ ਬਹੁਤ ਬਦਨਾਮੀ ਹੋ ਰਹੀ ਹੈ। ਇਹ ਸਾਨੂੰ ਬਦਨਾਮ ਕਰਨ ਲਈ ਹੀ ਮਤਲਬ ਇਹ ਸਾਰੀ ਸਾਜ਼ਿਸ਼ ਰਚੀ ਗਈ ਹੈ। ਨਹੀਂ ਇੰਦਰਪ੍ਰੀਤ ਜੀ ਕਲੀਅਰ ਕਰ ਦਿਓ ਕਿ ਇਹ ਗੱਲ KP ਸਿਨਹਾ ਨੇ ਨੁਮਾਇੰਦਿਆਂ ਨੂੰ ਕਹੀ ਹੈ ਕਿ ਨੁਮਾਇੰਦਿਆਂ ਨੇ KP ਸਿਨਹਾ ਨੂੰ ਕਹੀ ਹੈ? ਮੇਰੇ ਕੋਲ ਜਿਹੜੀ ਰਿਪੋਰਟ ਆ ਉਹਦੇ ਵਿੱਚ ਇਹ ਐਡੀਸ਼ਨਲ ਚੀਫ ਸੈਕਟਰੀ ਨੇ ਉਹਨਾਂ ਰੈਵਨਿਊ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਕਹੀ ਆ ਕਿ ਇਹ ਸੋਰਸ ਰਿਪੋਰਟਾਂ ਦੇ ਹਰ ਸਾਲ ਬਣਦੀਆਂ, ਚ ਨਵੀਂ ਗੱਲ ਤੇ ਕੁਝ ਵੀ ਨਹੀਂ ਸੀ ਔਰ ਇਹਦਾ ਅਸੀਂ ਨਿਬੇੜਾ ਕਰ ਰਹੇ ਸੀ। ਗੱਲ ਤਾਂ ਕੁਝ ਵੀ ਨਹੀਂ, ਤੁਹਾਨੂੰ ਫਿਕਰ ਕਰਨ ਦੀ ਲੋੜ ਹੀ ਨਹੀਂ। ਹਾਂ, ਇਹ ਜਿਹੜੀ ਗੱਲ FCR ਨੇ ਜਦੋਂ ਉਹਨਾਂ ਨਾਲ ਗੱਲ ਸ਼ੁਰੂ ਹੋਈ, ਉਹਨਾਂ ਨੇ ਕਿਉਂਕਿ ਜਦੋਂ ਸੂਚੀ ਦੀ ਗੱਲ ਸ਼ੁਰੂ ਕੀਤੀ ਤਾਂ ਉਹਨਾਂ ਨੇ ਨੈਚੁਰਲੀ ਤੌਰ ਤੇ ਜਦੋਂ ਜਵਾਬ ਦੇਣਾ ਸੀ, FCR ਨੇ ਸਿੱਧੇ ਤੌਰ ਤੇ ਕਿਹਾ ਕਿ ਯਾਰ ਇਸ ਤਰ੍ਹਾਂ ਦੀਆਂ ਰਿਪੋਰਟਾਂ ਤਾਂ ਪਹਿਲਾਂ ਵੀ ਆਉਂਦੀਆਂ ਰਹਿੰਦੀਆਂ ਨੇ, ਇਸ ਤਰ੍ਹਾਂ ਦੀ ਤੁਹਾਨੂੰ ਡਰਨ ਦੀ ਲੋੜ ਨਹੀਂ। ਮੈਂ ਪਹਿਲਾਂ ਹੀ DCਆਂ ਤੋਂ ਰਿਪੋਰਟ ਮੰਗ ਲਈ ਹੈ। ਜਿਸ ਦਿਨ ਇਹ ਜਿਹੜੀ ਸੂਚੀ ਪਬਲਿਕ ਡੋਮੇਨ 'ਚ ਆਈ ਸੀਗੀ, ਮੈਂ ਔਰ ਜਾਂ ਮੇਰੇ ਕੋਲੇ ਚੀਫ ਸੈਕਟਰੀ ਵੱਲੋਂ ਆਈ ਸੀ, ਉਸੇ ਦਿਨ ਹੀ ਮੈਂ ਸਾਰੇ DCਆਂ ਤੋਂ ਕਮੈਂਟ ਮੰਗ ਲਏ ਸੀ
ਤਾਂ ਜਿਹੜੇ ਤਹਿਸੀਲਦਾਰ ਦੇ ਖਿਲਾਫ ਜਿਹੜੀ ਐਡਵਰਸ ਰਿਪੋਰਟ ਆਈ ਉਹਦੇ ਖਿਲਾਫ ਹੀ ਅਸੀਂ ਕਾਰਵਾਈ ਇਨੀਸ਼ੀਏਟ ਕਰਾਂਗੇ, ਬਾਕੀਆਂ ਨੂੰ ਡਰਨ ਦੀ ਲੋੜ ਨਹੀਂ ਹੈਗੀ। ਫਿਰ ਉਹਨਾਂ ਨੇ ਆਪਣਾ ਵੀ ਸੋਰਸਸ ਦੱਸਦੇ ਹੈ ਵੀ ਉਹਨਾਂ ਨੇ ਆਪਣਾ ਵੀ ਕਿਹਾ ਵੀ ਮੇਰੇ ਖਿਲਾਫ ਵੀ ਯਾਰ ਕਦੀ ਈਡੀ ਨੂੰ ਸ਼ਿਕਾਇਤ ਕਰ ਦਿੰਦੇ ਆ, ਕਦੀ ਕਿਹਨੂੰ ਸ਼ਿਕਾਇਤ ਕਰ ਦਿੰਦੇ ਆ, ਇਸ ਤਰ੍ਹਾਂ ਦੀਆਂ ਚੱਲਦੀਆਂ ਰਹਿੰਦੀਆਂ ਨੇ। ਇਹ ਸ਼ਾਇਦ ਉਹ ਇਸ ਗੱਲ ਨੂੰ ਮੇਰੇ ਖਿਆਲ ਇੰਡੀਕੇਟ ਕਰ ਰਹੇ ਸੀ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ 30 ਤਰੀਕ ਨੂੰ ਚੀਫ ਸੈਕਟਰੀ ਵੀਕੇ ਜੰਜੂਆ ਨੇ ਰਿਟਾਇਰ ਹੋਣਾ ਹੈ ਤੇ ਉਹ ਟੌਪ ਜਿਹੜੇ ਆਫੀਸਰਸ ਨੇ ਉਹਨਾਂ ਵਿੱਚੋਂ ਉਹ ਇੱਕ ਨੇ ਜਿਨ੍ਹਾਂ ਬਾਰੇ ਇਹ ਹੈ ਕਿ ਉਹਨਾਂ ਨੂੰ ਵੀ ਚੀਫ ਸੈਕਟਰੀ ਵਜੋਂ ਕੰਸੀਡਰ ਕੀਤਾ ਜਾ ਰਿਹਾ ਹੈ। ਔਰ ਕਿਉਂਕਿ ਤੁਹਾਨੂੰ ਪਤਾ ਹੋਊਗਾ ਜਦੋਂ ਪਿਛਲੇ ਸਾਲ ਜੂਨ ਦੇ ਮਹੀਨੇ 'ਚ ਇਸੇ ਜੂਨ ਦੇ ਮਹੀਨੇ 'ਚ ਉਹਨਾਂ ਦੀ ਸੈਂਟਰਲ ਡੈਪੂਟੇਸ਼ਨ ਕਲੀਅਰ ਹੋ ਗਿਆ ਸੀਗਾ ਤੇ ਸਰਕਾਰ ਨੇ ਉਹਨਾਂ ਨੂੰ ਰੋਕ ਲਿਆ ਸੀ ਵੀ ਤੁਸੀਂ ਬਜਟ, ਕਿਉਂਕਿ ਤੁਸੀਂ ਪ੍ਰਿੰਸੀਪਲ ਸੈਕਟਰੀ ਫਾਈਨਾਂਸ ਹੋ ਤੇ ਬਜਟ ਸਾਡਾ ਪਹਿਲਾ ਬਜਟ ਹੈ ਤੇ ਤੁਸੀਂ ਪੂਰਾ ਕਰਕੇ ਜਾਓ, ਤੇ ਉਹ ਗਏ ਨਹੀਂ ਤੇ ਗਵਰਨਮੈਂਟ ਨੇ 2 ਵਾਰ ਚਿੱਠੀਆਂ ਲਿਖੀਆਂ ਵੀ ਤੁਸੀਂ ਬਲੈਕ ਲਿਸਟ ਕਰ ਦਾਂਗੇ ਤੁਹਾਨੂੰ, ਤੇ ਉਹ ਫਿਰ ਵੀ ਗਏ ਨਹੀਂ। ਇਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਕਿ ਤੁਹਾਨੂੰ ਇੱਥੇ ਹੀ ਕੋਈ ਵੱਡੀ ਪੋਸਟ ਦੇਵਾਂਗੇ। ਸੋ ਮੈਨੂੰ ਲੱਗਦਾ ਕਿ ਸ਼ਾਇਦ ਉਹਨਾਂ ਨੂੰ ਇਸ ਗੱਲ ਦੀ ਵੀ ਆਸ ਹੈ ਕਿ ਉਹ ਚੀਫ ਸੈਕਟਰੀ ਬਣ ਜਾਣਗੇ। ਪਰ ਜਿਹੜੀ ਚੀਜ਼ ਇੰਟਰਸਟਿੰਗ ਹੈ, ਮੈਂ ਇਹ 2 ਚੀਜ਼ਾਂ ਨੂੰ ਇਕੱਠਾ ਜੋੜ ਕੇ ਦੇਖ ਰਿਹਾ। ਮੈਂ ਦੇਖ ਰਿਹਾ ਵੀ ਅੱਜ ਉਹ FCR ਨੇ ਤਾਂ ਉਹ ਇਹ ਆਸ਼ਵਾਸਨ ਦੇ ਰਹੇ ਨੇ ਸਾਰੇ ਤਹਿਸੀਲਦਾਰਾਂ ਨੂੰ ਵੀ ਕੋਈ ਗੱਲ ਨਹੀਂ, ਆਪਾਂ ਡੀਸੀਆਂ ਤੋਂ ਜਦੋਂ ਰਿਪੋਰਟ ਆਊਗੀ ਉਦੋਂ ਦੇਖਾਂਗੇ ਜਾਂ ਬਾਅਦ ਚ ਕਰਾਂਗੇ ਗੱਲ ਇਸ ਤੇ, ਤੁਹਾਨੂੰ ਡਰਨ ਦੀ ਲੋੜ ਨਹੀਂ, ਤੁਸੀਂ ਆਪਣਾ ਕੰਮ ਕਰੋ, ਕੋਈ ਕਿਸੇ ਨੂੰ ਕਹਿ ਦੋ। ਮੈਂ ਅੰਦਰਪ੍ਰੀਤ ਜੀ ਵਿੱਚ ਦਖਲਅੰਦਾਜ਼ੀ ਕਰੂੰਗਾ ਇੱਥੇ, ਮਾਫੀ ਚਾਹੁੰਦਾ ਤੁਹਾਡੇ ਤੋਂ। ਜਦੋਂ ਤੁਸੀਂ ਇਹ ਕਹਿ ਰਹੇ ਹੋ ਕਿ ਉਹ ਕਹਿੰਦੇ ਨੇ ਕਿ ਮੇਰੇ ਖਿਲਾਫ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਕਰਦੇ ਰਹਿੰਦੇ ਆ, ਔਰ ਤੁਸੀਂ ਇਹ ਹਵਾਲਾ ਦਿੱਤਾ ਹੈ ਕਿ ਸ਼ਾਇਦ ਇਸ ਕਰਕੇ ਵੀ ਉਹ ਕਹਿ ਰਹੇ ਨੇ ਕਿਉਂਕਿ ਉਹ ਉਸ ਰੇਸ ਦੇ ਵਿੱਚ ਸ਼ਾਮਲ ਨੇ ਜਿਹੜੀ ਚੀਫ ਸੈਕਟਰੀ ਬਣਨ ਵਾਲੀ। ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ ਤੁਹਾਡੇ ਖਿਲਾਫ ਜਿਹੜੀਆਂ ਸ਼ਿਕਾਇਤਾਂ ਹੋ ਰਹੀਆਂ ਨੇ ਉਹਨਾਂ ਦਾ ਆਧਾਰ ਕੀ ਹੈ ਸਾਨੂੰ ਨਹੀਂ ਪਤਾ, ਪਰ ਜਿਹੜੇ ਮਾਮਲੇ ਨੂੰ ਤੁਸੀਂ ਐਡਰੈਸ ਕਰ ਰਹੇ ਹੋ, ਤੁਸੀਂ ਕਹਿ ਰਹੇ ਹੋ ਵੀ ਇਹ ਨਿਬੜ ਜਾਊਗਾ ਮਾਮਲਾ, ਇਹ ਸੋਰਸ ਰਿਪੋਰਟਾਂ ਤੇ ਆਉਂਦੀਆਂ ਹੀ ਰਹਿੰਦੀਆਂ, ਹਰ ਸਾਲ ਆਉਂਦੀਆਂ ਨੇ, ਔਰ ਅਸੀਂ ਇਹ ਸਿੰਪਲ ਰਿਪੋਰਟ ਲੈਣੀ ਆ, ਬਾਅਦ ਦੇ ਵਿੱਚ ਦੇਖੀ ਜਾਏਗੀ। ਹੁਣ ਇਸ ਗੱਲ ਨੂੰ ਇਦਾਂ ਵੀ ਜੇ ਲਈਏ ਕਿ ਤੁਸੀਂ ਜੇਕਰ ਚੀਫ ਸੈਕਟਰੀ ਬਣ ਜਾਂਦੇ ਹੋ, ਸਾਰੀ ਸਟੇਟ ਤੁਹਾਡੇ ਕੋਲ ਆ, ਤੁਸੀਂ ਵਿਜੀਲੈਂਸ ਦੇ ਵੀ ਸੈਕਟਰੀ ਹੋਵੋਗੇ, ਤਾਂ ਫਿਰ ਕੀ ਸਾਰੇ ਮਾਮਲੇ ਇਦਾਂ ਹੀ ਨਿਬੜ ਜਾਇਆ ਕਰਨਗੇ ਜੀ? ਕੋਈ ਵੀ ਬੰਦਾ ਤੁਹਾਡੇ ਕੋਲ ਗਿਆ ਜਿਹਦੇ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸ਼ਿਕਾਇਤ ਆ, ਜਿਹੜਾ ਜਾਂਚ ਦਾ ਹਿੱਸਾ ਹੋਣਾ ਚਾਹੀਦਾ, ਜਿਹੜਾ ਤਫਤੀਸ਼ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ, ਉਹ ਤੁਹਾਡੇ ਕੋਲ ਚੱਲ ਜਾਓ। ਮੰਨ ਲਓ ਮੇਰੇ ਤੇ ਇਲਜ਼ਾਮ ਹੈ, ਮੈਂ ਕਹੂੰਗਾ ਜੀ ਸਿਨਹਾ ਸਾਹਿਬ ਮੈਂ ਆ ਗਿਆ ਤੁਹਾਡੇ ਕੋਲ ਜੀ, ਤੇ ਹੁਣ ਦੱਸੋ, ਤੁਸੀਂ ਕਹੋ ਜੀ ਫਿਰ ਕੀ ਹੋਇਆ, ਸਾਰਿਆਂ ਖਿਲਾਫ ਹੁੰਦੀ ਆ, ਆਰਾਮ ਆਨੰਦ ਲਓ। ਤੁਸੀਂ ਸ਼ੈਲਟਰ ਦੇ ਰਹੇ ਹੋ, ਇੰਜ ਨਹੀਂ ਲੱਗਦਾ ਕਿ ਤੁਸੀਂ ਉਹਨਾਂ ਲੋਕਾਂ ਨੂੰ ਸਰਪ੍ਰਸਤੀ ਦੇ ਰਹੇ ਹੋ ਕਿ ਕੋਈ ਗੱਲ ਨਹੀਂ ਜੀ। ਇਹਦਾ ਮਤਲਬ ਜਿਹੜੀ ਗੱਲ ਵੀਕੇ ਜੰਜੂਆ ਕਹਿ ਰਹੇ ਨੇ ਡਾਇਰੈਕਟਰ ਵਿਜੀਲੈਂਸ ਦੇ ਨਾਲ ਬੈਠ ਕੇ ਕਿ ਅਸੀਂ ਸਾਡੀ ਜ਼ੀਰੋ ਟੋਲਰੈਂਸ ਆ, ਮੀਟਿੰਗਾਂ ਕਰ ਰਹੇ ਨੇ, ਜਿਹੜੀ ਚਿੱਠੀ ਵਿਜੀਲੈਂਸ ਦੀ ਆ, ਜਿਹੜੀ ਚਿੱਠੀ ਤੁਹਾਨੂੰ ਕਾਰਵਾਈ ਲਈ ਅੱਗੇ ਵਿਭਾਗੀ ਕਾਰਵਾਈ ਲਈ ਭੇਜੀ ਗਈ ਆ, ਇਹਦਾ ਮਤਲਬ ਹੈ ਕਿ ਤੁਸੀਂ ਖੂਹ ਖਾਤੇ ਪਾਉਣ ਲਈ ਉਹ ਬੈਠੇ ਹੋ ਸਾਰੀਆਂ ਗੱਲਾਂ ਲਈ। ਫਿਰ ਤਾਂ ਵਿਜੀਲੈਂਸ ਦੇ ਡਾਇਰੈਕਟਰ ਤੋਂ ਲੈ ਕੇ ਜੰਜੂਆ ਤੱਕ ਤੇ ਜੰਜੂਆ ਤੋਂ ਲੈ ਕੇ ਸਿਨਹਾ ਤੱਕ ਇਹ ਸਾਰੇ ਜਵਾਬਦੇ ਆ ਕਿ ਫਿਰ ਇਹ ਮਿੱਟੀ ਘੱਟੇ ਪਾਉਣ ਲਈ ਤੁਸੀਂ ਉਹ ਚਿੱਠੀ ਅੱਗੇ ਵਧਾਈ ਗਈ। ਬਿਲਕੁਲ ਰੰਧਾਵਾ ਸਾਹਿਬ, ਮੈਂ ਇਹੀ ਗੱਲ ਤੁਹਾਨੂੰ ਕਰ ਰਿਹਾ ਸੀ ਕਿ ਕੱਲ ਨੂੰ ਸਪੋਜ਼ ਕਰੋ ਕਿ ਉਹਨਾਂ ਦੀ ਸੀਟ ਬਦਲ ਜਾਂਦੀ ਹੈ ਤੇ ਉਹ ਚੀਫ ਸੈਕਟਰੀ ਬਣ ਜਾਂਦੇ ਆ, ਫਿਰ ਤਾਂ ਉਹ ਵਿਜੀਲੈਂਸ ਦੇ ਚੀਫ ਹੋ ਗਏ, ਕਿਉਂਕਿ ਚੀਫ ਸੈਕਟਰੀ ਕੋ ਹੀ ਵਿਜੀਲੈਂਸ ਦਾ ਚਾਰਜ ਹੈ। ਤਾਂ ਮੈਨੂੰ ਇਹ ਸਮਝ ਨਹੀਂ ਆਉਂਦੀ ਫਿਰ ਉਦੋਂ ਕੀ ਪੋਜੀਸ਼ਨ ਰਹੂਗੀ ਉਹਨਾਂ ਦੀ। ਅੱਜ ਤਾਂ ਜਿਹੜੀ ਇਹ ਐਸੋਸੀਏਸ਼ਨ ਇੰਨੀ ਬੌਖਲਾਈ ਹੋਈ ਹੈ ਵੀ ਸਾਡੇ ਖਿਲਾਫ ਇਹ ਪੂਰੀ ਇੱਕ ਚਿੱਠੀ ਕੱਢਤੀ ਹੈ ਜੀ, ਇਹ ਸੋਰਸਸ ਰਿਪੋਰਟਰਾਂ ਨੇ ਸਾਨੂੰ ਕਥਿਤ ਤੌਰ ਤੇ ਜਿਹੜਾ ਹੈ ਭ੍ਰਸ਼ਟ ਵੀ ਕਹਿਤਾ, ਕੋਈ ਮਤਲਬ ਸਾਡੇ ਤੇ ਕੇਸ ਨਹੀਂ, ਕੁਝ ਨਹੀਂ ਹੈ। ਜੇ ਕੇਸ ਹੈ ਤਾਂ ਤੁਸੀਂ ਕੇਸ ਤੇ ਕਰਕੇ ਅੰਦਰ ਕਰੋ ਸਾਨੂੰ, ਮਤਲਬ ਜੇ ਕੇਸ ਹੈ ਨਹੀਂ ਤਾਂ ਇੱਕ ਸੋਰਸ ਰਿਪੋਰਟਾਂ ਕਰਕੇ ਸਾਨੂੰ ਡੀਫੇਮ ਕਿਉਂ ਕੀਤਾ ਜਾ ਰਿਹਾ ਹੈ? ਉਹਨਾਂ ਦੀ ਸ਼ਿਕਾਇਤ ਹੈ ਤਾਂ ਉਹਨਾਂ ਨੂੰ ਤਾਂ ਉਹ ਇਸ ਤਰ੍ਹਾਂ ਮਤਲਬ ਇੱਕ ਜਿਵੇਂ ਆਪਾਂ ਕਹਿੰਦੇ ਆ ਕਿ ਆਸ਼ਵਾਸਨ ਜਾਂ ਦੇਤਾ ਵੀ ਚਲੋ ਕੋਈ ਗੱਲ ਨਹੀਂ ਆਪਾਂ ਦੇਖਦੇ ਆ ਇਹਨੂੰ, ਹੈ ਨਾ। ਪਰ ਜੇ ਕੱਲ ਇੱਕ ਹਫ਼ਤੇ ਤੋਂ ਬਾਅਦ, ਕਿਉਂਕਿ 31 ਤਰੀਕ ਨੂੰ ਨਵਾਂ ਚੀਫ ਸੈਕਟਰੀ 6ਵੇਂ ਫਲੋਰ ਤੇ ਬੈਠ ਜਾਣਾ, ਤਾਂ ਮੈਂ ਇਹ ਕਹਿ ਰਿਹਾ ਵੀ ਜਦ ਉਹ ਤੀਜੇ ਫਲੋਰ ਤੋਂ ਜਦੋਂ 6ਵੇਂ ਫਲੋਰ ਤੇ ਖੁਦ ਹੀ ਚਲੇ ਗਏ, ਜਿਹੜਾ ਕਿ ਉਹਨਾਂ ਦਾ ਨਾਮ ਬਹੁਤ ਅੱਗੇ ਵਾਲੀ ਲਿਸਟ ਦੇ ਵਿੱਚ ਹੈ, ਤਾਂ ਫਿਰ ਇਹਨਾਂ ਦਾ ਰਵੱਈਆ ਕੀ ਹੋਊਗਾ? ਤਾਂ ਫਿਰ ਇਹ ਵੀ ਇਹੀ ਹੋਊਗਾ ਕਿ ਯਾਰ ਕਰੋ ਕਿ ਉਹ ਚੀਫ ਵਿਜੀਲੈਂਸ ਡਾਇਰੈਕਟਰ ਦੀ ਸੁਣਨਗੇ, ਜਿਹੜੇ ਕਈ ਦਿਨਾਂ ਤੋਂ ਇਹ ਕਹਿ ਰਹੇ ਨੇ ਵੀ ਜਿਹੜੇ ਡਿਪਾਰਟਮੈਂਟ ਨੇ ਉਹ ਦਿੰਦੇ ਨਹੀਂ ਆ ਜੀ ਕਾਰਵਾਈ ਦੀ, ਅਸੀਂ ਬਹੁਤ ਵਾਰੀ ਭੇਜਦੇ ਆ ਵੀ ਉਹਨਾਂ ਦੇ ਕਾਰਵਾਈ ਕਰਨ ਦੀ ਛੂਟ ਦਿੱਤੀ ਜਾਏ, ਪਰ ਉਹ ਕੋਈ ਜਵਾਬ ਹੀ ਨਹੀਂ ਦਿੰਦੇ। ਹੁਣ ਉਹਨਾਂ ਨੇ ਲਿਸਟ ਭੇਜੀ ਹੈ, ਨਾ ਭੇਜੇ ਨੇ, ਬਕਾਇਦਾ ਕਾਲਮ ਦੇ ਅੱਗੇ ਨਾਂ ਲਿਖੇ ਹੋਏ ਨੇ ਵੀ ਕਿੰਨਾ ਤੋਂ ਪੈਸਾ ਲਿਆ ਜਾਂਦਾ ਹੈ। ਹਾਲਾਂਕਿ ਮੈਂ ਕੱਲ ਇੱਕ ਦਾ ਤੁਹਾਨੂੰ ਜ਼ਿਕਰ ਵੀ ਕੀਤਾ ਸੀ ਕਿ ਅਬੋਹਰ ਵਾਲੇ ਤਹਿਸੀਲਦਾਰ ਨੇ ਤਾਂ ਸਪਸ਼ਟ ਤੌਰ ਤੇ ਕਹਿਤਾ
ਵੀ ਆ ਦੇਖੋ ਜੀ, ਜਿਹਦੇ ਮੇਰੇ ਕਾਲਮ ਦੇ ਸਾਹਮਣੇ ਜਿਹੜਾ ਨਾਂ ਲਿਖਿਆ ਹੋਇਆ ਹੈ, ਇਹ ਤਾਂ ਬੰਦੇ ਨੂੰ ਮਰੇ ਨੂੰ 3 ਸਾਲ ਹੋ ਗਿਆ ਹੈ। ਹੋ ਸਕਦਾ ਕਿ ਇਦਾਂ ਦੀਆਂ ਰਿਪੋਰਟਾਂ ਕੁਝ ਪੁਰਾਣੀਆਂ ਵੀ ਹੋਣ, ਇਹਨਾਂ 'ਚ ਕੁਝ ਪੁਰਾਣੇ ਵੀ ਐਸੇ ਤਰ੍ਹਾਂ ਹੀ ਚੱਕ ਲਏ ਹੋਣ, ਇਹ ਹੋ ਸਕਦੇ ਨੇ। ਪਰ ਜ਼ਿਆਦਾ ਜੇ 48 ਦੀ ਗੱਲ ਹੈ ਤਾਂ ਮਰਿਆ ਤਾਂ ਇੱਕ ਹੋ ਸਕਦਾ, ਜਿਹੜੇ 47 ਹੈਗੇ ਨੇ ਉਹ ਤਾਂ ਜਿੰਦਾ ਹੀ ਨੇ, ਉਹਨਾਂ ਤੇ ਕਾਰਵਾਈਆਂ ਕਿਉਂ ਨਹੀਂ ਹੋ ਸਕਦੀਆਂ? ਸੋ ਇਹ ਠੀਕ ਹੈ। ਇਹ ਮੈਨੂੰ ਲੱਗਦਾ ਕਿ ਜਿਵੇਂ ਇਹ ਏਦਾਂ ਹੁੰਦਾ ਨਾ ਵੀ ਹਾਥੀ ਦੇ ਦੰਦ ਦਿਖਾਉਣ ਲਈ ਹੋਰ ਨੇ ਤੇ ਖਾਣ ਲਈ ਹੋਰ। ਸਰਕਾਰ ਦਾ ਜਿਵੇਂ ਹੁੰਦਾ ਕਿ ਬਈ ਉੱਪਰੋਂ ਕਹੀ ਜਾਓ ਵੀ ਜ਼ੀਰੋ ਟੋਲਰੈਂਸ ਹੈ, ਲੇਕਿਨ ਜਦੋਂ ਐਕਚੁਅਲ ਕਾਰਵਾਈ ਕਰਨ ਦੀ ਗੱਲ ਆਏ ਉਦੋਂ ਤੁਸੀਂ ਆਪਣੇ ਬੰਦਿਆਂ ਨੂੰ ਕਹੋ ਵੀ ਕੋਈ ਗੱਲ ਨਹੀਂ, ਆਪਾਂ ਡੀਸੀਆਂ ਤੋਂ ਰਿਪੋਰਟ ਲਵਾਂਗੇ, ਫਿਰ ਦੇਖਾਂਗੇ। ਇਸ ਤਰ੍ਹਾਂ ਦੀ ਜਿਹੜੀ ਇੱਕ ਮਿੱਟੀ ਪਾਉਣ ਵਾਲੀ ਜਿਹੜੀ ਗੱਲ ਹੁੰਦੀ ਹੈ, ਉਹ ਮੈਨੂੰ ਹੋਈ ਜਾਪ ਰਹੀ ਹੈ। ਮੈਂ ਭਾਸਕਰ ਸਾਹਿਬ ਤੁਹਾਨੂੰ ਸ਼ਾਮਲ ਕਰ ਲਾਂ ਨਾਲ, ਇੱਥੇ ਤੁਹਾਡੀ ਟਿੱਪਣੀ ਤਾਂ ਬਣਦੀ ਹੈ, ਪਰ ਸਵਾਲ ਇਸ ਗੱਲ ਦਾ ਵੀ ਹੈ ਕਿ ਜਿਹੜਾ ਮਾਮਲਾ ਵਿਭਾਗ ਨੂੰ ਲਿਖਿਆ ਕਾਰਵਾਈ ਲਈ, ਕੀ ਉਹ ਵਿਜੀਲੈਂਸ ਦੀ ਡਿਊਟੀ ਨਹੀਂ ਕਿ ਜੇ ਤੁਹਾਡੇ ਕੋਲ ਸੋਰਸ ਰਿਪੋਰਟ ਆਈ ਹੈ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਹੈ ਕਿ ਉੱਥੇ ਕੁਝ ਬੇਨਿਯਮੀਆਂ ਹੋ ਰਹੀਆਂ, ਉੱਥੇ ਕੁਝ ਗਲਤ ਪ੍ਰੈਕਟਿਸਿਸ ਹੋ ਰਹੀਆਂ, ਭ੍ਰਿਸ਼ਟਾਚਾਰ ਹੋ ਰਿਹਾ, ਤਾਂ ਉੱਥੇ ਤਾਂ ਪਰਚਾ ਦਰਜ ਕਰਨਾ ਬਣਦਾ, ਉੱਥੇ ਤਾਂ ਕਾਰਵਾਈ ਹੋਣੀ ਬਣਦੀ ਹੈ, ਜਾਂਚ ਹੋਣੀ ਬਣਦੀ ਹੈ, ਬੰਦੇ ਫੜ ਕੇ ਅੰਦਰ ਦਿੱਤੇ ਜਾਣੇ ਚਾਹੀਦੇ ਆ, ਉਹਨਾਂ ਦੀਆਂ ਜਾਇਦਾਦਾਂ ਦਾ ਜਾਂਚ ਹੋਣੀ ਚਾਹੀਦੀ ਹੈ। ਤੁਸੀਂ ਕਿਵੇਂ ਆਪਣਾ ਪੱਲਾ ਝਾੜ ਸਕਦੇ ਹੋ ਇੱਕ ਚਿੱਠੀ ਲਿਖ ਕੇ ਚੀਫ ਸੈਕਟਰੀ ਨੂੰ, ਤੇ ਚੀਫ ਸੈਕਟਰੀ ਸਾਹਿਬ ਉੱਥੋਂ ਹੌਲੀ ਜੀ ਵਿਭਾਗ ਕੋਲ ਕਿਹੜੀ ਉੱਥੇ ਪੁਲਿਸ ਬੈਠੀ ਆ, ਕੀ ਕਰ ਲੈਣਾ KPS ਇਹਨਾਂ ਨੇ, ਕਿਸ ਤਰ੍ਹਾਂ ਦੀ ਜਾਂਚ ਕਰ ਲੈਣਗੇ? ਉਹ ਡੀਸੀਜ਼ ਨੂੰ ਕਹਿਣਗੇ। ਡੀਸੀ ਕਿੱਦਾਂ ਕਰ ਸਕਦੇ ਜੀ? ਡੀਸੀ ਕੋਲ ਅਖਤਿਆਰ ਕੀ ਹੈ ਉਹ ਜਾਂਚ ਕਰਨ ਦੇ? ਉਹਨਾਂ ਕੋਲ ਸੋਰਸ ਕੀ ਨੇ? ਉਹ ਇਸ ਤਰ੍ਹਾਂ ਦੀਆਂ ਜਾਂਚਾਂ ਲਈ ਪਹਿਲਾਂ ਟ੍ਰੇਨਡ ਵੀ ਹੈਗੇ ਆ ਕਿ ਨਹੀਂ? ਸੋ ਮੈਨੂੰ ਲੱਗਦਾ ਕਿ ਇਹ ਸਾਡੇ ਪਿੰਡੂ ਭਾਸ਼ਾ ਦੇ ਵਿੱਚ ਕਿਹਾ ਜਾਂਦਾ, ਗੁੰਗਲੂਆਂ ਤੋਂ ਮਿੱਟੀ ਝਾੜਨੀ, ਬਸ ਐਵੇਂ ਝਾੜ ਝੂੜ ਕੇ ਸਭ ਪਾਸੇ ਰੱਖ ਲਓ। ਭਾਸਕਰ ਸਾਹਿਬ ਜੀ ਬਿਲਕੁਲ, ਪੂਰੇ ਐਪੀਸੋਡ ਨੂੰ ਅਗਰ ਤੁਸੀਂ ਦੇਖੋ, 19 ਮਈ ਦਾ ਲੈਟਰ ਲਿਖਿਆ ਹੋਇਆ ਜਿਹੜਾ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਨੇ ਮੁੱਖ ਸਕੱਤਰ ਨੂੰ ਲਿਖਿਆ, ਔਰ ਲੀਕ ਹੋਇਆ ਪਰਸੋਂ ਲੀਕ ਹੋਣ ਤੋਂ ਬਾਅਦ ਜਿਨ੍ਹਾਂ 48 ਅਫਸਰਾਂ ਦੇ, ਤਹਿਸੀਲਦਾਰਾਂ ਦੇ, ਨਾਇਬ ਤਹਿਸੀਲਦਾਰਾਂ ਦੇ ਇਹਦੇ ਵਿੱਚ ਨਾਂ ਆਇਆ, ਨਾ ਆਉਣ ਤੋਂ ਬਾਅਦ ਉਹ ਮਾਸ ਲੀਕ ਤੇ ਵੀ ਗਏ। ਹਾਲਾਂਕਿ ਉਹ ਕਲੇਮ ਕਰਦੇ ਰਹੇ ਅਸੀਂ ਨਹੀਂ ਮਾਸ ਲੀਕ ਤੇ ਨਹੀਂ ਗਏ, ਅਸੀਂ ਇੰਡੀਵਿਜੂਅਲ ਤੌਰ ਤੇ ਛੁੱਟੀ ਲਿੱਤੀ ਹੈ। ਔਰ ਉਸ ਤੋਂ ਅਗਲੇ ਦਿਨ ਹੀ ਕੈਪਸੀਨਾ ਦੇ ਨਾਲ ਇਹ ਮੀਟਿੰਗ, ਔਰ ਮੀਟਿੰਗ ਦੇ ਵਿੱਚ ਜੋ ਕੁਝ ਹੋਇਆ ਉਹਦੀ ਆਪਾਂ ਕੁਝ ਗੱਲਾਂ ਕਰ ਵੀ ਚੁੱਕੇ ਹਾਂ। ਤੁਸੀਂ ਇਹ ਦੇਖੋ ਕਿ ਸਾਰੇ ਕੇਸ ਦੇ ਵਿੱਚ ਜਦ ਬ੍ਰਹਮ ਸ਼ੰਕਰ ਜਿੰਪਾਵਨਾ ਕੱਲ ਖੰਨਾ ਸ਼ਹਿਰ ਦੇ ਵਿੱਚ ਜਗਨਨਾਥ ਯਾਤਰਾ ਦੇ ਉਦਘਾਟਨ ਦੇ ਵਾਸਤੇ ਗਏ ਸੀਗੇ, ਉੱਥੇ ਜਦ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਪੁੱਛ ਲਿਆ ਕਿ ਵੀ ਕੀ ਕਾਰਵਾਈ ਚੱਲ ਰਹੀ ਹੈ ਉਹਨਾਂ ਅਫਸਰਾਂ ਦੇ ਖਿਲਾਫ ਜਿਨ੍ਹਾਂ ਦੇ ਲਿਸਟ ਦੇ ਵਿੱਚ ਨਾਂ ਹੈਗੇ, ਉਹ ਕਹਿੰਦੇ ਨੇ ਵਿਜੀਲੈਂਸ ਹੁਣ ਪੁਖਤਾ ਸਬੂਤ ਜੁਟਾ ਰਹੀ ਹੈ, ਪੁਖਤਾ ਸਬੂਤ ਮਿਲਣ ਤੋਂ ਬਾਅਦ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਵਿਜੀਲੈਂਸ ਨੇ ਇੱਕ ਲਿਸਟ ਬਣਾਈ ਹੈ, ਉਸ ਲਿਸਟ ਦੇ ਵਿੱਚ ਆਖਰੀ ਕਾਲਮ ਦੇ ਵਿੱਚ ਉਹ ਨਾਂ ਤੱਕ ਦਿੱਤੇ ਗਏ ਨੇ ਜਿਨ੍ਹਾਂ ਦੇ ਜ਼ਰੀਏ ਇਹ ਰਿਸ਼ਵਤ ਲਿੱਤੀ ਜਾਂ ਦਿੱਤੀ ਜਾਂਦੀ ਸੀਗੀ। ਹੁਣ ਇਹਦੇ ਵਿੱਚ ਹੋਰ ਇਨਕੁਆਇਰੀ ਵਿਜੀਲੈਂਸ ਨੂੰ ਕੀ ਕਰਨੀ ਹੈ? ਔਰ ਜਦ ਇਨਕੁਆਇਰੀ ਜਾਂ ਵਿਜੀਲੈਂਸ ਦੇ ਚੀਫ ਡਾਇਰੈਕਟਰ ਚਿੱਠੀ ਲਿਖ ਰਹੇ ਨੇ, ਉਹ ਵੀ ਖਾਸ ਕਰਕੇ ਮੁੱਖ ਸਕੱਤਰ ਨੂੰ, ਉਹ ਇਨਕੁਆਇਰੀ ਹੋਣ ਤੋਂ ਬਾਅਦ ਹੀ ਤੇ ਲਿਖ ਰਹੇ ਨੇ। ਇਸ ਮੁੱਦੇ ਦੇ ਉੱਤੇ ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਥੋੜਾ ਪਿੱਛਾ ਹਟਦੀ ਨਜ਼ਰ ਆ ਰਹੀ ਹੈ। ਇਹਦੇ ਵਿੱਚ ਰੰਧਾਵਾ ਜੀ, ਐਸੋਸੀਏਸ਼ਨ ਦੇ ਇੱਕ ਅਹੁਦੇਦਾਰ ਨੇ ਇਹ ਕਲੇਮ ਕੀਤਾ ਕਿ ਕੈਪਸੀਨਾ ਦੇ ਨਾਲ ਹੋਈ ਮੀਟਿੰਗ ਦੇ ਵਿੱਚ ਨਿਬੇੜਨ ਦੀ ਗੱਲ ਹੋਈ। ਉਹਨਾਂ ਨੇ ਕਿਹਾ ਕਿ ਤੁਹਾਡੀ ਇਸ ਮੀਟਿੰਗ ਤੋਂ ਪਹਿਲੇ ਹੀ ਮੈਂ ਡੀਸੀਆਂ ਨੂੰ ਚਿੱਠੀ ਲਿਖ ਚੁੱਕਿਆ ਕਿ ਇੱਕ ਰਿਪੋਰਟ ਤਿਆਰ ਕਰਕੇ ਭੇਜੀ ਜਾਏ, ਐਕਸ਼ਨ ਤੇ ਭੁੱਲ ਜਾਓ। ਹੁਣ ਉਹ ਐਸੋਸੀਏਸ਼ਨ ਦੇ ਅਧਿਕਾਰੀ ਆਪਣੇ ਜਿਹੜੇ ਮੈਂਬਰਸ ਨੂੰ ਐਸ਼ੋਰੈਂਸ ਦੇ ਰਹੇ ਨੇ ਵੀ ਕੋਈ ਐਕਸ਼ਨ ਨਹੀਂ ਹੋਏਗਾ, ਟੈਨਸ਼ਨ ਲੈਣ ਦੀ ਲੋੜ ਹੀ ਨਹੀਂ। ਹੁਣ ਇਦਾਂ ਦੇ ਹਾਲਾਤ ਦੇ ਵਿੱਚ ਜਦ ਲੀਕ ਹੋਈ ਲਿਸਟ ਦੇ ਉੱਤੇ ਵਿਜੀਲੈਂਸ ਦੀ ਇਨਵੈਸਟੀਗੇਸ਼ਨ, ਔਰ ਇਨਵੈਸਟੀਗੇਸ਼ਨ ਹਜੇ ਸਿੱਟੇ ਤੱਕ ਪਹੁੰਚੇ ਬਗੈਰ ਉਹਨੂੰ ਨਿਬੇੜਨ ਦੀ ਗੱਲ ਤੁਰ ਪਈ ਹੈ। ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ, ਇਹਦੀ ਧੱਜੀਆਂ ਅਗਰ ਖੁਦ ਅਫਸਰ ਹੀ ਉਡਾਣ ਤੇ ਆਪਣੇ ਆਪ ਵਿੱਚ ਇਹ ਸਰਕਾਰ ਦਾ ਇੱਕ ਐਕਸਪੋਜ਼ਰ ਹੁੰਦਾ, ਕਿਉਂਕਿ ਸਰਕਾਰ ਦਾ ਵੀ ਇਹਦੇ ਉੱਤੇ ਕੋਈ ਬਿਆਨ ਪੁਖਤਾ ਨਹੀਂ ਆ ਰਿਹਾ। ਜਿਸ ਤਰ੍ਹਾਂ ਮੈਂ ਤੁਹਾਨੂੰ ਜਿੰਪਾਵਨਾ ਦਾ ਹੀ ਬਿਆਨ ਦੱਸ ਚੁੱਕਿਆ, ਹੁਣ ਇਹਦੇ ਉੱਤੇ ਐਕਸ਼ਨ ਕੀ ਹੁੰਦਾ ਪਤਾ ਨਹੀਂ। ਰੌਲਾ ਤਾਂ PCS ਅਫਸਰਾਂ ਦੀ ਐਸੋਸੀਏਸ਼ਨ ਦੇ ਉਸ ਸੱਦੇ ਦਾ ਵੀ ਸੀ ਜਿਹਦੇ ਚ ਮਾਸ ਲੀਵ ਤੇ ਚਲੇ ਗਏ ਸੀ PCS ਅਧਿਕਾਰੀ, ਜਿਹੜੇ ਬਾਅਦ ਦੇ ਵਿੱਚ ਇੱਕ ਸਮਝੌਤੇ ਤਹਿਤ ਹੜਤਾਲ ਵਾਪਸ ਕਰ ਗਏ, ਪਰ ਨਾਲ ਦੀ ਨਾਲ ਸਰਕਾਰ ਨੇ ਆਪਣੀ ਸ਼ਾਖ ਵੀ ਬਰਕਰਾਰ ਰੱਖੀ ਔਰ ਉਹਨਾਂ ਨੂੰ ਡਿਊਟੀ ਤੇ ਪਰਤਣ ਲਈ ਆਖਿਆ ਸੀ। ਤੁਹਾਨੂੰ ਯਾਦ ਹੋਣਾ ਉਸ ਤੋਂ ਪਹਿਲਾਂ ਇਹ ਨਿਬੇੜੇ ਹੋ ਗਏ ਸੀ, ਸਰਕਾਰ ਦੀ ਵੀ ਰਹਿ ਗਈ, ਉਹਨਾਂ ਦੀ ਵੀ ਰਹਿ ਗਈ। ਇਹੀ ਮਾਮਲਾ ਜਿਹੜਾ ਬਿਨਾਂ ਸਟ੍ਰਾਈਕ ਤੋਂ IS ਅਧਿਕਾਰੀਆਂ ਦਾ ਜਿਹੜਾ PSIEC ਦੇ ਮਾਮਲੇ 'ਚ ਹੋਇਆ ਸੀਗਾ, ਹਾਲਾਂਕਿ ਇਹ ਬੇਨੂ ਪ੍ਰਸ਼ਾਦ ਜਿਹੜਾ ਸਾਰਾ CMO ਨੂੰ ਦੇਖਦੇ ਨੇ, ਉਹ ਐਸੋਸੀਏਸ਼ਨ ਦੇ IS ਅਫਸਰਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਹੋਣ ਦੀ ਹੈਸੀਅਤ 'ਚ ਨਜਲਾ ਉਹਨਾਂ ਦੇ ਡਿੱਗ ਪਿਆ, ਗਾਜ ਵੀ ਡਿੱਗ ਪਈ। ਕਈ ਚਿਰ ਉਹਨਾਂ ਨੂੰ ਵੀ ਲਗਭਗ ਇਹ ਸੁਣਨਾ ਪੈ ਗਿਆ ਕਿ ਤੁਹਾਡੇ ਅਫਸਰ। ਸੋ ਮੈਂ ਇਹ ਸਮਝਦਾ ਹੈ ਕਿ ਸਰਕਾਰਾਂ ਤੇ ਅਧਿਕਾਰੀਆਂ ਤੇ ਸਿਸਟਮ ਦੇ ਉੱਤੇ ਇਹ ਲੋਕ ਅਸਰਅੰਦਾਜ਼ ਤਾਂ ਰਹਿੰਦੇ ਨੇ,
ਕਿਉਂਕਿ ਹੈ ਹੀ ਵੱਡੇ ਭਾਰੀ ਨੇ, ਬਹੁਤ ਭਾਰੀ ਭਰਕਮ ਨੇ, ਇਹਨਾਂ ਦਾ ਅਸਰ ਬਹੁਤ ਵੱਡਾ ਹੈ। ਇੰਦਰਪ੍ਰੀਤ ਜੀ, ਅਗਲੇ ਮਾਮਲੇ ਤੇ ਚੱਲਦੇ ਆ। ਮਾਮਲਾ ਅਕਾਲ ਤਖਤ ਸਾਹਿਬ ਸਕੱਤਰੇਤ ਦਾ ਹੈ। ਅਕਾਲ ਤਖਤ ਸਾਹਿਬ ਸਕੱਤਰੇਤ ਦੇ ਵਿੱਚ ਇੰਨੀ ਖੁੱਲ ਕੇ ਪ੍ਰੈਸ ਕਾਨਫਰੰਸ ਕਦੇ ਜਥੇਦਾਰ ਸਾਹਿਬ ਨੇ, ਕਾਰਜਕਾਰੀ ਜਥੇਦਾਰ ਹੁੰਦਿਆਂ ਵੀ ਨਹੀਂ ਕੀਤੀ ਅਕਾਲ ਤਖਤ ਸਾਹਿਬ ਦੇ, ਜਿੰਨੀ ਕੱਲ ਉਹ ਖੁੱਲ ਕੇ। ਉਹ ਤਾਂ ਕਹਿੰਦੇ ਸੀ ਆਉਣ ਦਿਓ, ਸਵਾਲ ਆਉਣ ਦਿਓ, ਆਓ ਹੋਰ ਪੁੱਛੋ ਸਵਾਲ। ਇੰਝ ਲੱਗਦਾ ਸੀ ਜਿਵੇਂ ਉਹ ਉੱਧੜ ਜਾਣਾ ਚਾਹੁੰਦੇ ਸੀ, ਉਹ ਸਾਰਾ ਖੋਲ ਕੇ ਕੋਈ ਰੱਖਣਾ ਚਾਹੁੰਦੇ ਸੀ, ਪਰ ਉਹਨਾਂ ਦੀ ਮਨਪਸੰਦ ਦਾ ਸਵਾਲ ਨਹੀਂ ਆਇਆ। ਮੇਰਾ ਖਿਆਲ ਉਹ ਪੁੱਛਣਾ ਚਾਹੁੰਦੇ ਸੀ ਕਿ ਮੈਨੂੰ ਪੁੱਛੋ ਕਿ ਕੀ ਤੁਹਾਨੂੰ ਪੰਥਕ ਏਕਤਾ ਕਰਾਉਣ ਲਈ ਕਿਹਾ ਗਿਆ ਸੀ, ਮੈਨੂੰ ਪੁੱਛੋ ਕਿ ਕੀ ਤੁਹਾਨੂੰ ਕਿਹਾ ਗਿਆ ਸੀਗਾ ਕਿ ਫਲਾਣੇ ਨੂੰ ਮਾਫ ਕਰ ਦਿਓ ਜੀ। ਉਹ ਚਾਹੁੰਦੇ ਸੀ ਪਰ ਸਵਾਲ ਨਹੀਂ ਕਿਸੇ ਨੇ ਪੁੱਛਿਆ। ਇਹ ਉਹਨਾਂ ਨਾਲ ਧੱਕਾ ਹੋਇਆ। ਪਰ ਜਿਹੜਾ ਸਵਾਲ ਉਹ ਉਠਾ ਗਏ, ਉਹ ਕਹਿੰਦੇ ਹਰਿਆਣੇ ਦੇ ਵਿੱਚ ਜਿੰਨੇ ਸ਼੍ਰੋਮਣੀ ਕਮੇਟੀ ਨਾਲ ਜੁੜੇ ਸੈਕਸ਼ਨ 85 ਦੇ ਗੁਰਦੁਆਰਾ ਸਾਹਿਬ ਸੀਗੇ, ਉਹ ਨੋਟੀਫਾਈ ਗੁਰਦੁਆਰਾ ਸੀ, ਉਹਨਾਂ ਦਾ ਕਬਜ਼ਾ ਨਹੀਂ ਸੀ ਲੈ ਸਕਦੀ ਹਰਿਆਣਾ ਕਮੇਟੀ ਜਿੰਨਾ ਚਿਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚੋਂ ਗੱਲ ਅੱਗੇ ਨਾ ਤੁਰਦੀ। ਇਹ ਜਿਹੜੇ ਕਬਜ਼ੇ ਹੋਏ ਨੇ, ਇਹ ਜਿਹੜੇ ਹਰਿਆਣਾ ਕਮੇਟੀ ਨੇ ਕਬਜ਼ੇ ਲਏ ਨੇ, ਇਹ ਗੈਰ ਕਾਨੂੰਨੀ ਨੇ। ਇਹਦੇ ਖਿਲਾਫ ਸ਼੍ਰੋਮਣੀ ਕਮੇਟੀ ਨੂੰ ਸੁਪਰੀਮ ਕੋਰਟ 'ਚ ਜਾਣਾ ਚਾਹੀਦਾ ਸੀਗਾ ਵੀ ਇਹ ਗਲਤ ਹੋਇਆ। ਮੈਂ ਕਹੂੰਗਾ ਸ਼੍ਰੋਮਣੀ ਕਮੇਟੀ ਨੂੰ ਕਿ ਉਹ ਜਾਵੇ। ਇੱਕ ਤਰ੍ਹਾਂ ਨਾਲ ਉਂਗਲ ਉਠਾ ਰਿਹਾ ਸ਼੍ਰੋਮਣੀ ਕਮੇਟੀ ਦੀ ਵਰਕਿੰਗ ਤੇ ਕਿ ਤੁਸੀਂ ਬਾਕੀ ਲੜਾਈਆਂ ਤੇ ਲੜ ਲਈਆਂ, ਜਿਹੜੀ ਕਾਨੂੰਨੀ ਲੜਾਈ ਸੀਗੀ ਤੁਸੀਂ ਰਿਵਿਊ ਪਟੀਸ਼ਨਾਂ ਲਈ ਵੀ ਗਏ, ਬਾਕੀ ਚੀਜ਼ਾਂ ਲਈ ਵੀ ਗਏ, ਪਰ ਇੱਥੇ ਤੁਸੀਂ ਸਰੈਂਡਰ ਕਰਕੇ ਭਾਣਾ ਮੰਨ ਲਿਆ। ਗੱਲ ਤੋਰੋ ਜ਼ਰਾ। ਰੰਧਾਵਾ ਸਾਹਿਬ, ਮੈਨੂੰ ਤਾਂ ਕੱਲ ਉਹਨਾਂ ਦੀ ਪ੍ਰੈਸ ਕਾਨਫਰੰਸ ਦੇਖ ਕੇ ਇਦਾਂ ਲੱਗ ਰਿਹਾ ਸੀ ਵੀ ਜਿਵੇਂ ਉਹਨਾਂ ਦੇ ਸਿਰ ਤੋਂ ਕੋਈ ਬਹੁਤ ਵੱਡਾ ਬੋਝ ਜਾਂ ਉਤਰ ਗਿਆ ਹੁੰਦਾ ਤੇ ਹੁਣ ਉਹ ਬੜੇ ਸੁਰਖਰੂ ਜਿਹੇ ਹੈਗੇ ਆ ਵੀ ਹੁਣ ਜੋ ਮਰਜ਼ੀ ਪੁੱਛ ਲਓ। ਪਹਿਲਾਂ ਉਹਨਾਂ ਤੇ ਸ਼ਾਇਦ ਇੱਕ ਦਬਾਅ ਸੀ ਤੇ ਉਹਨਾਂ ਨੇ ਦਬਾਅ ਦੀ ਗੱਲ ਕੀਤੀ ਵੀ ਹੈ। ਜਿਹੜੀ ਨੁਕਤਾ ਤੁਸੀਂ ਉਠਾਇਆ ਉਹ ਬਹੁਤ ਇੰਪੋਰਟੈਂਟ ਹੈ। ਦੇਖੋ, ਇੱਕ ਪਾਸੇ ਅਸੀਂ ਕਹੀ ਜਾ ਰਹੇ ਹਾਂ, ਕੱਲ ਵੀ ਜਦੋਂ ਗਵਰਨਰ ਸਾਹਿਬ ਨੂੰ SGPC ਦੇ ਪ੍ਰਧਾਨ ਜਿਹੜੇ ਹਰਜਿੰਦਰ ਸਿੰਘ ਧਾਮੀ ਹੈਗੇ ਨੇ ਉਹ ਮਿਲੇ ਸੀ, ਤਾਂ ਬਾਹਰ ਆ ਕੇ ਉਹਨਾਂ ਨੇ ਇਹੀ ਗੱਲ ਕਹੀ ਸੀ ਵੀ ਸੁਪਰੀਮ ਕੋਰਟ ਦੇ ਜਿਹੜੇ ਆਦੇਸ਼ ਨੇ ਉਹਨਾਂ ਦੇ ਮਤਲਬ ਉਹਨਾਂ ਦੇ ਸੰਦਰਭ ਦੇ ਵਿੱਚ ਇਹ ਇਹਨਾਂ ਨੇ ਪਾਸ ਕੀਤਾ ਹੈ ਸਟੇਟ ਗਵਰਨਮੈਂਟ ਨੇ, ਜਦਕਿ ਇਹ ਹੋ ਨਹੀਂ ਸਕਦਾ। ਇਹ ਜਦ ਤੱਕ 2/3 ਬਹੁਮਤ ਨਾਲ SGPC ਪਾਸ ਕਰਕੇ ਪਾਰਲੀਮੈਂਟ ਨੂੰ ਨਹੀਂ ਭੇਜਦੀ ਤਾਂ ਤੱਕ ਇਹ ਸੰਸ਼ੋਧਨ ਕਿਸੇ ਵੀ ਐਕਟ ਦੇ ਵਿੱਚ ਨਹੀਂ ਹੋ ਸਕਦੇ। ਪਰ ਨਾਲ ਹੀ ਫਿਰ ਜਦੋਂ ਅਸੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣਨ ਦੀ ਗੱਲ ਕਰਦੇ ਹਾਂ, ਉਦੋਂ ਫਿਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਵੀ ਜਿਹੜੇ ਨੋਟੀਫਾਈ ਕੀਤੇ ਹੋਏ ਗੁਰਦੁਆਰੇ ਨੇ, ਵੱਡੇ ਗੁਰਦੁਆਰੇ ਨੇ, ਨਾਡਾ ਸਾਹਿਬ ਹੈ, ਕੁਰਸ਼ੇਤਰ ਵਾਲਾ ਗੁਰਦੁਆਰਾ ਹੈ, ਧਮਤਾਨ ਸਾਹਿਬ ਹੈ, ਹੋਰ ਬੜੇ ਗੁਰਦੁਆਰੇ ਹੈਗੇ ਆ। ਸੋ ਉਹ ਜਿਹੜੇ ਡੀਨੋਟੀਫਾਈ ਤਾਂ ਅਜੇ ਹੋਏ ਨਹੀਂ, ਡੀਨੋਟੀਫਾਈ ਤਾਂ ਕਰਨੇ ਆ ਪਾਰਲੀਮੈਂਟ ਨੇ। ਜਦੋਂ ਮਤਲਬ ਇੱਥੋਂ ਪਾਸ ਹੋ ਕੇ ਜਾਊਗਾ 2/3 ਬਹੁਮਤ ਨਾਲ, ਫਿਰ ਪਾਰਲੀਮੈਂਟ ਸੰਸ਼ੋਧਨ ਕਰਕੇ ਉਹਨੂੰ ਪਾਸ ਕਰੇਗੀ, ਫਿਰ ਇਹਨਾਂ ਨੂੰ ਆ ਸਕਦੇ ਆ। ਪਰ ਇਹ ਤਾਂ ਅਜੇ ਹੋਏ ਨਹੀਂ ਤੇ ਤੁਸੀਂ ਇਹ ਮਾਮਲਾ ਕਿਉਂ ਨਹੀਂ ਉਠਾ ਰਹੇ? ਇਹ ਬਹੁਤ ਜ਼ਰੂਰੀ ਨੁਕਤਾ ਉਹਨਾਂ ਨੇ ਉਠਾਇਆ। ਜਿਹੜੀ ਐਕਚੁਅਲੀ ਕਾਨੂੰਨੀ ਲੜਾਈ ਮੈਨੂੰ ਲੱਗਦਾ ਜਿਹੜੀ ਲੜੀ ਜਾਣ ਵਾਲੀ ਸੀ ਉਹ ਤਾਂ ਇਹੀ ਹੈ। ਕੱਲ ਧਾਮੀ ਸਾਹਿਬ ਸਟੇਟ ਗਵਰਨਮੈਂਟ ਦੇ ਉੱਤੇ ਤਾਂ ਇੱਥੇ ਉਂਗਲੀ ਚੁੱਕ ਗਏ ਵੀ ਮੇਰੇ ਤੇ ਤਾਂ ਇਹ ਮੈਨੂੰ ਤਾਂ ਇਹ ਕਿਹਾ ਵੀ ਤੁਸੀਂ ਨਹੀਂ ਕਰ ਰਹੇ ਕੁਝ, ਤੇ ਉਹ ਕਹਿੰਦੇ ਵੀ ਜਦੋਂ DGP ਵਾਲਾ ਮਾਮਲਾ ਆਇਆ ਉਦੋਂ ਵੀ ਤਾਂ ਸੁਪਰੀਮ ਕੋਰਟ ਦਾ ਹੀ ਆਦੇਸ਼ ਹੈ ਨਾ ਕਿ UPSC 'ਚ ਤੁਸੀਂ ਪੈਨਲ ਭੇਜੋਗੇ। ਸਾਡੇ ਵਾਰੀ ਤਾਂ ਤੁਸੀਂ ਕਹੀ ਜਾਂਦੇ ਹੋ ਕਿ ਅਸੀਂ ਤਾਂ ਸੁਪਰੀਮ ਕੋਰਟ ਦੇ ਆਦੇਸ਼ ਤੇ ਇਹ ਕੰਮ ਕਰ ਲਿਆ, ਅਸੀਂ ਸਟੇਟ ਲਾਅ ਸਬਜੈਕਟ ਹੈ, ਅਸੀਂ ਐਕਟ ਦੇ ਵਿੱਚ ਤਰਮੀਮ ਕਰ ਲਈ, ਤੇ ਕਹਿੰਦਾ ਉਹਦੇ 'ਚ ਕਿਉਂ ਨਹੀਂ, ਫਿਰ ਉਹ ਵਾਲਾ ਵੀ ਤਾਂ ਸੁਪਰੀਮ ਕੋਰਟ ਦਾ ਹੀ ਹੈਗਾ। ਇਸ ਤਰ੍ਹਾਂ ਕੱਲ ਬਾਲ ਨੂੰ ਜਿਵੇਂ ਇੱਧਰ ਉੱਧਰ ਸਿੱਟਣਾ ਹੁੰਦਾ ਨਾ ਕਿ ਪਾਸ ਉਧਰ ਕਰਤਾ ਫਿਰ ਉਹ ਇੱਧਰ ਆ ਗਈ, ਇਸ ਤਰ੍ਹਾਂ ਦੀ ਚੱਲ ਰਹੀ ਹੈ। ਲੇਕਿਨ ਐਕਚੁਅਲੀ ਜਿਹੜੇ ਕੰਮ ਕਰਨ ਵਾਲੇ ਹੈ, ਜੋ ਜਿਨ੍ਹਾਂ ਤੇ ਫੋਕਸ ਹੋਣਾ ਚਾਹੀਦਾ ਹੈ, ਮੈਨੂੰ ਲੱਗਦਾ ਕਿ ਉਹ ਨਹੀਂ ਹੋ ਰਹੇ। ਜਿਹੜਾ ਨੁਕਤਾ ਯਾਨੀ ਹਰਪ੍ਰੀਤ ਸਿੰਘ ਨੇ ਉਠਾਇਆ, ਇਸ ਤੇ ਕੰਮ ਕਰਨ ਦੀ ਲੋੜ ਹੈਗੀ। ਭਾਸਕਰ ਸਾਹਿਬ ਚਾਹੁੰਦੇ ਸੀਗੇ ਵੀ ਜਿਹੜੀ ਪ੍ਰੈਸ ਕਾਨਫਰੰਸ ਹੈ ਕੱਲ ਵਾਲੀ, ਉਹ ਮੈਂ ਨੀਝ ਨਾਲ ਤੱਕੀ ਆ ਤੇ ਮੇਰੇ ਜਿਹੜੀ ਟਿੱਪਣੀ ਹੈ, ਮੇਰੇ ਕਮੈਂਟ ਉੱਤੇ ਜ਼ਰੂਰ ਹੋਣ। ਦੱਸਿਓ ਭਾਸਕਰ ਸਾਹਿਬ, ਫਿਰ ਫੀਲ ਕੀ ਕੀਤਾ ਤੁਸੀਂ? ਕਿਉਂਕਿ ਤੁਸੀਂ ਸਿੱਖੀਜ਼ਮ ਚੋਂ ਤਾਂ ਆਉਂਦੇ ਨਹੀਂ, ਪਰ ਸਿੱਖੀਜ਼ਮ ਦੇ ਨਾਲ ਨਾਲ ਵਿਚਰਦੇ ਹੋ। ਤੁਸੀਂ ਲਗਭਗ ਦਹਾਕੇ ਤੋਂ ਵੱਧ ਸਮੇਂ ਤੋਂ ਦੇਖ ਰਹੇ ਹੋ ਬਹੁ ਗਿਣਤੀ ਦੀਆਂ ਇੱਥੇ ਰਹੁ ਰੀਤਾਂ ਨੂੰ ਵੀ, ਰਵਾਇਤਾਂ ਨੂੰ ਵੀ, ਤੇ ਤੁਸੀਂ ਥੋੜਾ ਬਹੁਤਾ ਤਾਂ ਸਮਝ ਹੀ ਗਏ ਹੋ। ਪਰ ਸਿੰਘ ਸਾਹਿਬ ਦੀ ਪ੍ਰੈਸ ਕਾਨਫਰੰਸ ਨੂੰ ਇੱਕ ਜਰਨਲਿਸਟ ਵਾਂਗ ਤੁਸੀਂ ਉਹਦੇ ਪੁੱਠੇ ਪਾਸਿਓਂ ਦੀ ਵੇਖਣ ਦਾ ਜਿਹੜਾ ਯਤਨ ਕੀਤਾ, ਉਹ ਜ਼ਰਾ ਦੱਸੋ। ਦੇਖੋ, ਕੱਲ ਸਿੰਘ ਸਾਹਿਬ ਦੀ ਜਿਹੜੀ ਪ੍ਰੈਸ ਕਾਨਫਰੰਸ ਸੀਗੀ ਉਹ ਆਪਣੇ ਆਪ ਵਿੱਚ ਬਹੁਤ ਇੰਟਰਸਟਿੰਗ ਸੀਗੀ। ਇੱਕ ਘੱਟ ਤੋਂ ਘੱਟ 2 ਵਾਰ ਉਹ ਇੰਨਾ ਖੁੱਲ ਕੇ ਹੱਸੇ ਜਿੱਦਾਂ ਇੰਟਰਨੈਸ਼ਨਲ ਯੋਗਾ ਡੇ ਤੋਂ ਬਾਅਦ, ਜਿੱਦਾਂ ਯੋਗਾ ਦੇ ਤੇ ਵਿੱਚ ਹਾਸਾ ਜਿਹੜਾ ਸਵੇਰੇ ਉੱਠ ਕੇ ਪਾਰਕਾਂ ਦੇ ਵਿੱਚ ਜਾ ਕੇ ਹੱਸਦੇ ਹੋ, ਉੱਦਾਂ ਦਾ ਹਾਸਾ ਸੀਗਾ। ਔਰ ਉਸ ਹਾਸੇ ਦੇ ਵਿੱਚੋਂ ਇੱਕ ਗੱਲ ਵੀ ਨਿਕਲ ਕੇ ਆਈ। ਗੱਲ ਇਹ ਨਿਕਲ ਕੇ ਆਈ ਜਿੱਦਾਂ ਉਹ ਗਾਣਾ ਹੈਗਾ, ਤੁਮ ਇਤਨਾ ਜੋ ਮੁਸਕਰਾ ਰਹੇ ਹੋ ਕਿਆ ਗਮ ਹੈ ਜਿਸਕੋ ਛੁਪਾ ਰਹੇ ਹੋ। ਉਹ ਕਿਸੇ ਗਮ ਨੂੰ ਛੁਪਾਉਂਦੇ ਹੋਏ ਵੀ ਲੱਗੇ। ਉਹਨਾਂ ਨੇ ਇਹ ਗੱਲ ਪ੍ਰੈਸ ਕਾਨਫਰੰਸ ਦੇ ਵਿੱਚ ਮੰਨਿਆ
ਕਿ ਉਹਨਾਂ ਨੇ ਪ੍ਰੈਸ਼ਰ ਮਹਿਸੂਸ ਕੀਤਾ, ਇਸ ਕਰਕੇ ਰਿਜ਼ਾਈਨ ਕੀਤਾ। ਜਦ ਉਹਨਾਂ ਨੂੰ ਸਵਾਲ ਕੀਤਾ ਗਿਆ ਤੁਹਾਨੂੰ ਕਿਸੇ ਕਿਸਮ ਦਾ ਪ੍ਰੈਸ਼ਰ ਸੀਗਾ, ਕਹਿੰਦੇ ਮੈਂ ਇੰਗਲੈਂਡ ਜਾਣ ਤੋਂ ਪਹਿਲੇ ਕਹਿ ਗਿਆ ਸੀਗਾ ਕਿ ਜਦ ਵੀ ਮੈਨੂੰ ਕਿਸੇ ਵੀ ਤਰੀਕੇ ਦਾ ਪ੍ਰੈਸ਼ਰ ਮਹਿਸੂਸ ਹੋਏਗਾ ਮੈਂ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਦਾ ਪਦ ਛੱਡ ਦੂੰਗਾ। ਔਰ ਜਾਣ ਤੋਂ ਪਹਿਲੇ ਮੈਂ ਦੋਨੋਂ ਪਦਾਂ ਨੂੰ ਰਿਜ਼ਾਈਨ ਕਰਨ ਦੇ ਵਾਸਤੇ ਐਸਜੀਪੀਸੀ ਨੂੰ ਕਹਿ ਗਿਆ ਸੀਗਾ ਕਿ ਮੈਨੂੰ ਦੋਨੋਂ ਪਦਾਂ ਤੋਂ ਹਟਾ ਦਿਓ, ਮੈਨੂੰ ਕੋਈ ਦਿੱਕਤ ਨਹੀਂ ਹੈਗੀ। ਪਰ ਨਾਲ ਦੇ ਨਾਲ ਜਦ ਉਹ ਪੁੱਛਿਆ ਜਾਂਦਾ ਵੀ ਕਿਸ ਤਰੀਕੇ ਦਾ ਪ੍ਰੈਸ਼ਰ, ਕਿਉਂਕਿ ਜਦ ਤੁਸੀਂ ਸਵਾਲ ਇਹ ਕਰ ਰਹੇ ਹੋ ਕਿ ਵੀ ਕਿਹੜਾ ਪ੍ਰੈਸ਼ਰ ਸੀਗਾ, ਉਹ ਕਹਿੰਦੇ ਪ੍ਰੈਸ਼ਰ ਨਹੀਂ, ਹੁਣ ਤੁਹਾਡੇ ਸਵਾਲਾਂ ਦਾ ਜਵਾਬ ਦੇਣਾ ਇਹ ਕੀ ਪ੍ਰੈਸ਼ਰ ਨਹੀਂ ਹੈਗਾ। ਔਰ तमाम ਕੰਮ, ਇੰਨੇ ਕੰਮ ਮੈਂ ਸਿਮਰਨ ਨਹੀਂ ਕਰ ਸਕਦਾ ਸੀਗਾ ਜਦ ਮੈਂ ਅਕਾਲ ਤਖਤ ਦਾ ਜਥੇਦਾਰ ਸੀਗਾ। ਹੁਣ ਮੈਨੂੰ ਸਿਮਰਨ ਕਰਨ ਦਾ ਪੂਰਾ ਵਕਤ ਮਿਲ ਰਿਹਾ ਤੇ ਮੈਂ ਪੂਰੀ ਮੌਜ ਲੈ ਰਿਹਾ, ਤੇ ਨਾਲ ਹੀ ਆਪਣੇ ਨਾਲ ਬੈਠੇ ਹੋਏ ਜਥੇਦਾਰ ਸਾਹਿਬ ਨੂੰ ਆਪਣੇ ਕੋਲ ਬੁਲਾਉਂਦੇ ਨੇ ਵੀ ਡਰਦੇ ਕਿਉਂ, ਨਾਲ ਆ ਜਾਓ। ਯਾਨੀ ਉਹਨਾਂ ਨੇ ਪੂਰੀ ਰੌਣਕ ਨਾਲ ਉਹ ਪ੍ਰੈਸ ਕਾਨਫਰੰਸ ਕੀਤੀ। ਨਾ ਅੱਧੀ ਗੱਲ ਛੱਡ ਕੇ ਜਦੋਂ ਜਥੇਦਾਰ ਨੂੰ ਨਾਲ ਬੁਲਾਉਂਦੇ ਇੱਕ ਗੱਲ ਹੋਰ ਕਹਿੰਦੇ, ਜੇ ਦੱਸ ਦਿਓ ਚੰਗਾ, ਨਹੀਂ ਤੇ ਫਿਰ ਮੈਂ ਦੱਸਦਾ। ਨਹੀਂ, ਉਹ ਜਿਹੜੀ ਗੱਲ ਕਹਿੰਦੇ ਨੇ ਵੀ ਡਰਦੇ ਕਿਉਂ, ਆ ਜਾਓ, ਯਾਨੀ ਇਹ ਗੱਲ ਤੇ ਉਹਨਾਂ ਨੇ ਕਹੀ ਸੀਗੀ। ਉਸ ਤੋਂ ਇਲਾਵਾ ਜਦ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਵਲਟੋਹਾ ਸਾਹਿਬ ਇਹ ਕਹਿੰਦੇ ਨੇ ਕਿ ਵੀ ਜਥੇਦਾਰ ਦਾ ਕਥਾਵਾਚਕ ਹੋਣਾ, ਰਾਗੀ ਹੋਣਾ ਕੋਈ ਲੋੜ ਨਹੀਂ ਹੈਗਾ, ਜਥੇਦਾਰ ਦਾ ਦਲੇਰ ਹੋਣਾ ਬਹੁਤ ਜ਼ਰੂਰੀ ਹੈ। ਤੇ ਨਾਲ ਦੇ ਨਾਲ ਜਿੱਦਾਂ ਕਹਿੰਦੇ ਨੇ ਵੀ ਦੋ ਟੁਕ ਜਵਾਬ ਦਿੱਤਾ, ਕਹਿੰਦੇ ਵੀ ਮੈਂ ਤੇ ਐਸਜੀਪੀਸੀ ਮੁਖੀ ਨੂੰ ਕਹੂੰਗਾ ਕਿ ਵੀ ਦਲੇਰ ਜਿਹੜੇ ਹੈਗੇ ਨੇ ਉਹ ਵਲਟੋਹਾ ਸਾਹਿਬ ਬੜੇ ਜ਼ਬਰਦਸਤ ਹੈਗੇ ਨੇ, ਤੇ ਇਹਨਾਂ ਨੂੰ ਅਕਾਲ ਤਖਤ ਦਾ ਜਥੇਦਾਰ ਲਾਈਏ ਤਾਂ ਕਿ ਉਹ ਦਲੇਰੀ ਨਾਲ ਸਾਰੇ ਕੰਮ, ਜਿਹੜੇ ਕੰਮ ਮੈਂ ਦਲੇਰੀ ਨਾਲ, ਇਹ ਤੇ ਗੱਲ ਕਹੀ ਨਹੀਂ ਉਹਨਾਂ ਨੇ, ਪਰ ਕਹਿੰਦੇ ਦਲੇਰ ਬਹੁਤ ਹੈ, ਇਹਨਾਂ ਨੂੰ ਜਥੇਦਾਰ ਲਾਓ। ਬਹੁਤ ਸਾਰੇ ਸਵਾਲਾਂ ਦਾ ਜਵਾਬ, ਹਾਲਾਂਕਿ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਰੰਧਾਵਾ ਜੀ, ਉਹ ਮੀਡੀਆ ਨੂੰ ਇਨਵਾਈਟ ਕਰ ਰਹੇ ਸੀ, ਪੁੱਛੋ, ਹੋਰ ਪੁੱਛੋ, ਕੋਈ ਰਹਿ ਗਿਆ ਸਵਾਲ ਪੁੱਛੋ। ਯਾਨੀ ਮੀਡੀਆ ਕਿਸੇ ਨਾ ਕਿਸੇ ਜਗ੍ਹਾ ਕੋਤਾਹੀ ਵਰਤ ਗਿਆ, ਕਿਉਂਕਿ ਅਗਰ ਇਹ ਸਵਾਲ ਉਹ ਜਥੇਦਾਰ ਸਾਹਿਬ ਨੂੰ ਇਸ ਗੱਲ ਦੇ ਵਾਸਤੇ ਮਨਾਉਣ ਦੀ ਅਗਰ ਤੁਰਦੀ ਕਿ ਵੀ ਤੁਹਾਨੂੰ ਇੱਥੇ ਕਿਸੇ ਨੇ ਅਪਰੋਚ ਕੀਤਾ ਸੀਗਾ ਕਿ ਵੀ ਮਾਫ ਕਰ ਦਿਓ ਜੇ ਉਹ ਅਕਾਲ ਤਖਤ ਦੇ ਸਾਹਮਣੇ ਪੇਸ਼ ਹੁੰਦੇ ਨੇ ਬਿਨਾਂ ਕਿਸੇ ਅੱਗੇ ਗੱਲਾਂ ਵਧਾਏ, ਉਸ ਗੱਲ ਦਾ ਸਵਾਲ ਹੀ ਨਹੀਂ ਪੁੱਛਿਆ ਗਿਆ ਤੇ ਇਸ ਕਰਕੇ ਉਹਨਾਂ ਨੇ ਜਵਾਬ ਨਹੀਂ ਦਿੱਤਾ। ਪਰ ਅੱਗੇ ਚੱਲ ਕੇ ਹੋ ਸਕਦਾ ਹੈ ਏਦਾਂ ਦੇ ਸਵਾਲਾਂ ਦਾ ਜਵਾਬ ਉਹ ਕਿਸੇ ਦੂਜੀ ਪ੍ਰੈਸ ਕਾਨਫਰੰਸ ਦੇ ਵਿੱਚ ਦੇਣ। ਇੰਦਰਪ੍ਰੀਤ ਜੀ, ਜਿਹੜਾ ਮਾਮਲਾ ਬੜਾ ਸੀਰੀਅਸ ਮਾਮਲਾ ਮੈਂ ਮੰਨ ਰਿਹਾ ਇਹਨੂੰ, ਕਿ ਆ ਪੈਨਸ਼ਨਰ ਜਿਹੜੇ ਹੈਗੇ ਆ ਉਹਨਾਂ ਦਾ 200 ਰੁਪਈਆ ਗਵਰਨਮੈਂਟ ਨੇ ਆਪਣੇ ਘਾਟੇ ਘੂਟੇ ਪੂਰੇ ਕਰਨ ਲਈ ਕੱਟਣਾ ਸ਼ੁਰੂ ਕਰਨਾ ਹੈ। ਇਹ ਕੀ ਮਾਜ਼ਰਾ ਹੈ? ਕੱਲ ਦਾ ਕਾਂਗਰਸੀ ਰੌਲਾ ਪਾਈ ਜਾਂਦੇ ਆ ਤੇ ਕੱਲ ਦਾ ਇਹੀ ਹੈ ਕਿ ਕੋਈ 100 ਕਰੋੜ ਰੁਪਇਆ ਜਾਂ 70 ਕਰੋੜ ਰੁਪਇਆ ਜਟਾਉਣ ਲਈ ਸਾਲ ਦਾ 200 ਰੁਪਇਆ ਕੰਟਰੀਬਿਊਟ ਕਰਨ ਪੈਨਸ਼ਨਰ, ਇਸ ਤਰ੍ਹਾਂ ਦਾ ਫੈਸਲਾ ਲਿਆ ਗਿਆ। ਦੇਸ਼ ਸੂਬਾ ਜੇਕਰ ਪਰੇਸ਼ਾਨੀ 'ਚ ਹੈ ਆਰਥਿਕ ਸਥਿਤੀ ਦੇ ਨਜ਼ਰੀਏ ਤੋਂ, ਤੇ ਮਾੜਾ ਮੋਟਾ ਤੁਸੀਂ ਦਾਨ ਕਰ ਵੀ ਦਿਓ ਤੇ ਹਰਜ ਕੀ ਹੈ? ਇਦਾਂ ਹੀ ਲਈਏ ਇਹਨੂੰ, ਹੁਣ ਇਦਾਂ ਹੀ ਗੁਜ਼ਾਰੇ ਹੋਣਗੇ? ਦੇਖੋ ਰੰਧਾਵਾ ਸਾਹਿਬ, ਜਿਹੜੇ ਬੰਦਿਆਂ ਨੂੰ 300 ਯੂਨਿਟ ਬਿਜਲੀ ਫ੍ਰੀ ਚਾਹੀਦੀ ਹੈ ਤਾਂ ਕੁਝ ਤਾਂ ਦੇਣਾ ਪਏਗਾ ਨਾ, ਚਾਹੇ ਉਹ ਸਿੱਧੇ ਤੌਰ ਤੇ ਬਿੱਲ ਨਾ ਦੇਣਾ ਪਵੇ, ਕਿਸੇ ਹੋਰ ਤਰੀਕੇ ਰਾਹੀਂ ਪੇਮੈਂਟ ਤਾਂ ਕਰਨੀ ਹੀ ਪਏਗੀ। ਇਹ ਵੀ ਮਾਮਲਾ ਸੇਮ ਉਸੇ ਤਰ੍ਹਾਂ ਦਾ ਹੀ ਹੈ। ਜਦੋਂ ਕੋਈ ਸੁਵਿਧਾ ਸਾਨੂੰ ਸਰਕਾਰ ਦਿੰਦੀ ਹੈ ਤਾਂ ਸਾਨੂੰ ਇਹ ਲੱਗਦਾ ਵੀ ਜਿਵੇਂ ਸਰਕਾਰ ਨੇ ਆਪਣੀ ਜੇਬ ਚੋਂ ਦੇ ਰਹੀ ਹੁੰਦੀ ਹੈ। ਸਰਕਾਰ ਕੋਲੇ ਤਾਂ ਰੁਪਈਆ 100 ਹੀ ਹੈ, ਉਹਨੇ 100 ਰੁਪਏ ਦੇ ਨੂੰ ਹੀ ਵੰਡਣਾ ਸਾਰਿਆਂ ਦੇ ਵਿੱਚ, ਕਿਸੇ ਨੂੰ 2 ਰੁਪਏ ਘੱਟ ਆ ਗਏ ਤੇ ਕਿਸੇ ਨੂੰ ਵੱਧ ਆ ਗਏ। ਤਾਂ ਦੇਖੋ ਹੁਣ ਸਥਿਤੀ ਏਦਾਂ ਦੀ ਹੀ ਹੈ। ਇਹ ਮਾਰਚ ਦੇ ਮਹੀਨੇ 'ਚ ਸਾਡਾ ਬਜਟ ਪਾਸ ਹੋਇਆ। ਮਾਰਚ ਦੇ ਮਹੀਨੇ ਤੋਂ ਲੈ ਕੇ 2 ਵਾਰ ਤਾਂ ਅਸੀਂ ਪੈਟਰੋਲ ਵਧਾਤਾ ਹੈ, ਇੱਕ ਵਾਰੀ ਬਿਜਲੀ ਦੇ ਰੇਟ ਵਧਾਤੇ ਹੈ, ਤੀਸਰੀ ਵਾਰੀ ਹੁਣ ਇਹ ਜਿਹੜਾ ਇਹਦੀ ਗੱਲ ਹੋ ਰਹੀ ਹੈ ਪੈਨਸ਼ਨਰ ਦੇ ਉੱਤੇ 200 ਰੁਪਈਆ ਲਗਾਇਆ, ਇਹ ਵਧਾਤਾ। ਹਜੇ ਇੱਕ ਆਰਡੀਨੈਂਸ ਕੱਲ ਪਰਸੋਂ ਤੱਕ ਹੀ ਆ ਜਾਣਾ ਹੈ, ਜਿਹੜਾ 1000 ਕਰੋੜ ਰੁਪਏ ਦਾ ਬੋਝ ਪੈਣਾ ਹੈ, ਉਹ ਵੀ ਆ ਰਿਹਾ ਜੀ। ਮੈਂ ਸ਼ਾਇਦ ਪਹਿਲਾਂ ਵੀ ਆਪਾਂ ਇਸ ਪ੍ਰੋਗਰਾਮ ਤੇ ਪਰਸੋਂ ਚੌਥੇ ਡਿਸਕਸ ਕਰ ਰਹੇ ਸੀ, ਜਦੋਂ ਸੈਸ਼ਨ ਤੋਂ ਪਹਿਲਾਂ ਮੈਂ ਤੁਹਾਨੂੰ ਕਿਹਾ ਸੀਗਾ ਵੀ ਜਿਹੜੇ ਲੋਕ ਕਰਜ਼ਾ ਲੈਂਦੇ ਆ ਉਹਨਾਂ ਦੇ ਉੱਤੇ ਵੀ ਹੁਣ 0.25% ਜਿਹੜਾ ਹੈਗਾ ਉਹ ਲੱਗਣ ਵਾਲਾ ਟੈਕਸ, ਉਹ ਤਿਆਰ ਰਹਿਣ ਲੋਕ। ਸੋ ਜਦੋਂ ਮੈਂ ਰੰਧਾਵਾ ਸਾਹਿਬ, ਮੇਰਾ ਤਾਂ ਇੱਕੋ ਹੀ ਨੁਕਤਾ ਇਹਦੇ ਵਿੱਚ ਇੰਨਾ ਹੈ ਕਿ ਜਦੋਂ ਕੋਈ ਚੀਜ਼ ਫ੍ਰੀ ਮਿਲਦੀ ਹੈ ਨਾ ਤਾਂ ਫ੍ਰੀ ਨਹੀਂ ਹੁੰਦੀ, ਉਹ ਕਿਸੇ ਹੋਰ ਥਾਵਾਂ ਤੋਂ ਕਟੌਤੀਆਂ ਕਰਕੇ ਮਿਲ ਰਹੀ ਹੁੰਦੀ ਹੈ। ਤੇ ਜਦੋਂ ਉਹ ਕਟੌਤੀਆਂ ਨੂੰ ਪੂਰਾ ਕਰਨ ਵਾਸਤੇ ਕਿਤੇ ਹੋਰ ਟੈਕਸਸ ਲੱਗਦੇ ਆ ਤਾਂ ਫਿਰ ਇਹ ਚੁੱਪਚਾਪ ਸਹਿਣ ਹੀ ਕਰਨ ਲਈ ਮੰਨ ਜਾਣਾ ਚਾਹੀਦਾ ਹੈ। ਵੈਸੇ ਤਾਂ ਹਾਲਾਂਕਿ ਮੈਂ ਮੰਨਦਾ ਕਿ 200 ਰੁਪਏ ਕੋਈ ਬਹੁਤ ਜ਼ਿਆਦਾ ਨਹੀਂ, ਕਿ ਠੀਕ ਹੈ ਜਿਹੜੇ ਸਰਕਾਰੀ ਪੈਨਸ਼ਨਰਸ ਹੈਗੇ ਆ ਉਹਨਾਂ ਦੀ ਕਿਸੇ ਦੀ ਅੱਜ ਕੱਲ੍ਹ ਪੈਨਸ਼ਨ ਵੀ 50-50 ਹਜ਼ਾਰ ਤੋਂ ਘੱਟ ਤਾਂ ਹੈ ਨਹੀਂ ਹੈ। ਚਲੋ ਫਿਰ ਵੀ ਉਹਨਾਂ ਨੂੰ ਸਰਕਾਰ ਨੇ ਜਿਹੜੇ 3-3 ਹਜ਼ਾਰ ਰੁਪਏ ਪਰ ਮੰਥ ਜਿਹੜੇ ਬਿਜਲੀ ਦਾ ਬਿੱਲ ਫ੍ਰੀ ਕੀਤਾ ਹੈ ਤਾਂ ਉਹ ਚੋਂ 200 ਰੁਪਇਆ ਉਹ ਦੇ ਦੇਣਗੇ ਤਾਂ ਇਹ ਸਮਝ ਲੈਣ ਵੀ 2800 ਰੁਪਏ ਦੀ ਮਿਲੀ ਹੈ, ਸਾਨੂੰ 3000 ਦੀ ਬਿਜਲੀ ਫ੍ਰੀ ਨਹੀਂ ਮਿਲੀ।
ਜੀ ਜੀ ਰੰਧਾਵਾ ਜੀ, ਭਾਸਕਰ ਸਭ ਤੋਂ ਵੱਡੀ ਗੱਲ ਹੈਗੀ ਹੈ, ਇਹ ਜਿਹੜਾ ਕੱਲ ਟੈਕਸ ਲਾਇਆ ਡਿਵੈਲਪਮੈਂਟ ਟੈਕਸ ਪੈਨਸ਼ਨਰਾਂ ਦੇ ਉੱਤੇ, ਇਹਦੇ ਉੱਤੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਬਹਿਸ ਸ਼ੁਰੂ ਹੋ ਗਈ। ਕਿਉਂਕਿ ਜਦ ਮਲਵਿੰਦਰ ਸਿੰਘ ਕੰਗ ਉਹਨਾਂ ਇਸ ਗੱਲ ਦਾ ਜਵਾਬ ਦਿੰਦੇ ਨੇ ਕਿ ਵੀ ਦੇਖੋ ਜੀ, ਤੁਸੀਂ 200 ਰੁਪਏ ਦਾ ਬੋਝ ਹੋਰ ਪਾਤਾ ਪੈਨਸ਼ਨਰਾਂ ਦੇ ਉੱਤੇ, ਉਹ ਕਹਿੰਦੇ ਨੇ ਅਸੀਂ ਕੋਈ ਨਵਾਂ ਟੈਕਸ ਨਹੀਂ ਲਾਇਆ। ਆਏ ਤੇ ਜਿਹੜੇ ਤੁਹਾਡੇ ਵਿੱਤ ਮੰਤਰੀ ਸੀ ਨਾ, ਕਾਂਗਰਸ ਦੇ ਵਿੱਤ ਮੰਤਰੀ ਸੀ, ਜਿਹੜੇ ਅਕਸਰ ਕਹਿੰਦੇ ਸੀ ਖਜ਼ਾਨਾ ਖਾਲੀ ਹੈ, ਉਹਨਾਂ ਨੇ ਪ੍ਰੋਫੈਸ਼ਨਲ ਟੈਕਸ ਲਾਇਆ ਸੀਗਾ। ਔਰ ਉਹਦੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿ ਉਸ ਪ੍ਰੋਫੈਸ਼ਨਲ ਟੈਕਸ ਦੇ ਵਿੱਚ ਕੀ ਪੈਨਸ਼ਨਰ ਵੀ ਇਨਕਲੂਡ ਨੇ, ਅਸੀਂ ਤੇ ਸਿਰਫ ਉਸ ਗੱਲ ਦਾ ਜਵਾਬ ਦਿੱਤਾ ਵੀ ਹਾਂ ਪੈਨਸ਼ਨਰਾਂ ਦੇ ਉੱਤੇ ਵੀ 200 ਰੁਪਏ ਦਾ ਟੈਕਸ ਲੱਗੇਗਾ। ਇੱਕ ਸਵਾਲ ਦਾ ਜਵਾਬ ਹੈ। ਇਹਦੇ ਵਿੱਚ ਟੈਕਸ ਲਾਇਆ ਸੂਬੇ ਨੇ, ਐਦਾਂ ਦੀ ਗੱਲ ਜਿਹੜੀ ਜਾ ਰਹੀ ਹੈ। 72 ਕਰੋੜ ਕੋਈ 84 ਕਰੋੜ ਦਾ ਐਨੂਅਲ ਇਨਕਮ ਦੀ ਗੱਲ ਚੱਲ ਰਹੀ ਹੈ। ਕੋਈ ਇੰਦਰਪ੍ਰੀਤ ਜੀ ਕੁਝ ਕਹਿਣਾ ਚਾਹ ਨਹੀਂ, ਭਾਸਕਰ ਸਾਹਿਬ ਠੀਕ ਕਹਿ ਰਹੇ ਕਿ ਪੋਲੀਟੀਕਲੀ ਤੌਰ ਤਾਂ ਉਹਨਾਂ ਨੇ ਇਸ ਤਰ੍ਹਾਂ ਦਾ ਕੀਤਾ ਹੈ, ਪਰ ਕੱਲ ਤੋਂ ਪਹਿਲਾਂ ਤੱਕ ਪੈਨਸ਼ਨਰ ਦੇ ਉੱਤੇ ਇਹ ਮਤਲਬ 200 ਰੁਪਏ ਦੀ ਕਟੌਤੀ ਨਹੀਂ ਹੁੰਦੀ ਸੀ। ਸਿਰਫ ਔਰ ਸਿਰਫ ਜਿਹੜੇ ਹੈਗੇ ਜਿਹੜੇ ਉਹੀ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਤੇ ਕਲੈਰੀਫਿਕੇਸ਼ਨ ਕੀਤੀ ਹੈ। ਜਿਹੜਾ ਪ੍ਰੋਫੈਸ਼ਨਲ ਟੈਕਸ ਸੀਗਾ, ਜਿਹੜੇ ਸਾਰੇ ਦੁਕਾਨਦਾਰ ਕਰਮਚਾਰੀਆਂ ਦੇ ਉੱਤੇ ਲੱਗਿਆ ਸੀ, ਉਹ ਪੈਨਸ਼ਨਰ ਦੇ ਉੱਤੇ ਵੀ ਲੱਗਣਾ ਚਾਹੀਦਾ ਸੀ। ਜਿਹੜਾ ਨਹੀਂ ਲੱਗਿਆ ਉਹ ਗਲਤੀ ਸੀ ਪਿਛਲੀ ਸਰਕਾਰ ਦੀ, ਜਾਂ ਪਿੱਛੇ ਹਜੇ ਤੱਕ ਜਿਹੜੀ ਗਲਤੀ ਚੱਲ ਰਹੀ ਸੀ ਉਹਨੂੰ ਕਰੈਕਟ ਕੀਤਾ। ਅਸੀਂ ਕੋਈ ਨਵਾਂ ਟੈਕਸ ਨਹੀਂ ਲਾਇਆ, ਇਹ ਸਰਕਾਰ ਦਾ ਕਹਿਣਾ ਸੀਗਾ। ਪਰ 200 ਰੁਪਏ ਦੇ ਜ਼ਰੀਏ ਕੋਈ 72 ਕਰੋੜ ਕਹਿੰਦਾ, ਕੋਈ 84 ਕਰੋੜ ਕਹਿੰਦਾ, ਸਾਲ ਦੀ ਇਨਕਮ ਵੱਧ ਜਾਂਦੀ ਹੈ। ਏਦਾਂ 72 ਕਰੋੜ ਕਰਕੇ ਉਹ 20,000 ਕਰੋੜ ਰੁਪਏ ਜਿਹੜੇ ਮਾਈਨਿੰਗ ਡਿਪਾਰਟਮੈਂਟ ਤੋਂ ਕੇਜਰੀਵਾਲ ਸਾਹਿਬ ਕਹਿੰਦੇ ਸੀ ਵੀ ਆਣਗੇ, ਲੱਗਦਾ ਏਦਾਂ ਹੀ ਪੂਰੇ ਕਰ ਲੈਣੇ 20,000 ਕਰੋੜ 72 ਕਰਕੇ ਬਣਦਾ। ਤੇ ਦੇਖੋ ਹੌਲੀ ਹੌਲੀ ਅਸੀਂ ਟੀਚੇ ਸਰ ਕਰ ਲਾਂਗੇ। ਇਹਦਾ ਮਤਲਬ ਹੈ ਕਿ ਚੀਮਾ ਸਾਹਿਬ ਨੇ ਅਧਿਕਾਰੀਆਂ ਨੂੰ ਲਾਇਆ ਕਿ ਪਿਛਲੀਆਂ ਸਾਰੀਆਂ ਗਲਤੀਆਂ ਫਰੋਲੋ, ਜਿੱਥੇ ਜਿੱਥੇ ਕਿਤੇ ਰੈਵਨਿਊ ਨਹੀਂ ਆਪਾਂ ਕਰ ਸਕੇ ਪੂਰਾ, ਉਹਨੂੰ ਹੁਣ ਉੱਥੋਂ ਕੀ ਕਹਿੰਦੇ ਹੁੰਦੇ ਨੁੱਕਰਾਂ ਫਰੋਲਣੀਆਂ। ਕਿਸੇ ਵੇਲੇ ਕੋਈ ਪੁਰਾਣਾ ਸੰਦੂਕ ਫਰੋਲਦੇ ਆ, ਕੋਈ 100 ਦਾ ਨੋਟ ਖੁੰਝੇ ਖੰਗਾਲਨੇ ਵੀ ਕਿਤੇ ਰਹਿ ਗਿਆ ਹੋਇਆ। ਮੈਨੂੰ ਭਾਸਕਰ ਸਾਹਿਬ ਬੀਬੀ ਮਾਣੂਕੇ ਦੇ ਖਿਲਾਫ ਬੜੇ ਕਾਂਗਰਸੀ ਸਿੱਧੇ ਹੋਏ ਪਏ ਨੇ। ਵੈਸੇ ਇਹ ਮਾਮਲਾ ਮੁੱਢਲੇ ਤੌਰ ਤੇ ਨਿਬੜ ਗਿਆ ਲੱਗਦਾ, ਪਰ ਮੈਨੂੰ ਲੱਗਦਾ ਸ਼ੁਰੂ ਹੋਇਆ ਹੁਣ ਇੱਥੋਂ ਪੋਲਿਟਿਕਸ ਅਸਲ ਸ਼ੁਰੂ ਹੋਊਗੀ। ਕਬਜ਼ੇ ਕੁਬਜੇ ਹੋਣ ਤੋਂ ਬਾਅਦ ਕੱਲ ਤਾਂ ਇੱਕ ਲੱਖਾ ਸਦਾਨਾ ਰੌਲਾ ਪਾ ਰਹੇ ਸੀਗੇ, ਉਹ ਬਹੁਤ ਗੁੱਸੇ 'ਚ ਸੀਗੇ, ਕਹਿੰਦੇ ਮਰ ਗਏ ਲੋਕ ਕਬਜ਼ਾ ਛਡਾਉਂਦੇ, ਤੇ ਮਾਮਲਾ ਜਿਹੜਾ ਵਾ ਉਹ ਮੁੱਖ ਮੰਤਰੀ ਦੇ ਇੱਕ ਸਲਾਹਕਾਰ ਦੇ ਨਾਮ ਅੜਤਾ। ਕਹਿੰਦੇ ਜੀ ਉਹ ਤਾਂ ਪੰਨੂ ਸਾਹਿਬ ਨੇ, ਬਲਤੇਜ ਪੰਨੂ ਨੇ ਨਿਬੇੜਤਾ, NRI ਕਹੀ ਜਾਂਦੇ ਨੇ। ਤੇ ਇਹ ਵੀ ਅੱਜ ਕੱਲ ਬੜੀ ਸਿਆਸਤ ਹੁੰਦੀ ਆ ਵੀ ਯਾਰ ਅਸੀਂ ਕਮਾਈ ਕਰਦੇ ਮਰ ਗਏ ਤੇ ਚੌਧਰੀ ਕੋਈ ਹੋਰ ਬਣ ਗਿਆ, ਖਾਤੇ ਕਿਸੇ ਹੋਰ ਦੇ ਪੈ ਗਿਆ। ਇਹ ਵੀ ਅੱਜ ਕੱਲ ਪੋਲਿਟਿਕਸ ਦਾ ਇੱਕ ਸਟਾਈਲ ਆ। ਬਈ ਜਿਸ ਤਰੀਕੇ ਨਾਲ ਮਾਨੂਕੇ ਹੋਇਆ ਪਿਆ ਸੀ ਪਿਛਲੇ 15 ਦਿਨਾਂ ਦੇ ਵਿੱਚ, ਉਹ ਚਾਬੀ ਹੈਂਡਓਵਰ ਕਰਕੇ, ਖਾਸ ਕਰਕੇ ਉਹ ਅਮਰਜੀਤ ਕੌਰ 76 ਸਾਲ ਦੀ ਬੀਬੀ, ਉਹਨੂੰ ਦੇ ਕੇ ਸ਼ਾਇਦ ਮਾਨੂਕੇ ਉਹਨਾਂ ਨੇ ਸੋਚਿਆ ਹੋਏਗਾ ਵੀ ਨਿਬੇੜਾ ਹੋ ਗਿਆ। ਜਿਸ ਨਿਬੇੜੇ ਦੀ ਗੱਲ ਉਹਨੂੰ ਰੈਵਨਿਊ ਆਫਿਸਰ ਵੀ ਕਰਦੇ ਨੇ, ਉਹ ਨਿਬੇੜਾ ਹੋਇਆ ਨਹੀਂ। ਕੱਲ ਸੁਖਪਾਲ ਸਿੰਘ ਖਹਿਰਾ ਪਹੁੰਚ ਗਏ ਉੱਥੇ ਕਾਫੀ ਸਾਰੇ ਆਪਣੇ ਸਪੋਰਟਰਾਂ ਨੂੰ ਲੈ ਕੇ, ਤੇ SSP ਆਫਿਸ ਘੇਰ ਲਿਆ। ਉਹ ਮੰਗ ਕਰਦੇ ਨੇ ਕਿ ਚਾਬੀ ਦੇਤੀ। ਚਾਬੀ ਦੇਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਧੋਖਾਧੜੀ, ਉਹ ਕਬਜ਼ੇ ਦੀ ਕੋਸ਼ਿਸ਼ ਹੋਈ ਨਹੀਂ ਸੀਗੀ। ਉਸ ਕਬਜ਼ੇ ਦੀ ਕੋਸ਼ਿਸ਼ ਤੋਂ ਮਾਨੂਕੇ ਤੋਂ ਲੈ ਕੇ ਕਰਮਜੀਤ ਸੰਧੂ, ਫਿਰ ਅਸ਼ੋਕ ਕੁਮਾਰ, ਸਾਰੇ ਹੀ ਜਾਲੀ ਪਾਏ ਗਏ ਨੇ। ਤੇ ਇਹਨਾਂ ਦੇ ਖਿਲਾਫ ਪਰਚਾ ਕਿਉਂ ਨਹੀਂ ਕਰ ਰਹੇ? ਤੁਸੀਂ ਸਿਰਫ ਚਾਬੀਆਂ ਦੇ ਕੇ ਤੁਸੀਂ ਇਸ ਗੱਲ ਦਾ ਨਿਬੇੜਾ ਕਰਨਾ ਚਾਹੁੰਦੇ ਹੋ। ਹੁਣ ਦੇਖੋ, ਤੁਹਾਡੀ ਗੱਲ ਬਿਲਕੁਲ ਠੀਕ ਕਰਨ ਦਾ ਜੀ, ਹਜੇ ਤੇ ਪਾਰਟੀ ਸ਼ੁਰੂ ਹੋਈ ਹੈ। ਹੁਣ ਮਾਨੂਕੇ ਦੇ ਖਿਲਾਫ ਜਾਂ ਮਾਨੂਕੇ ਦੇ ਉਹ ਤਮਾਮ ਲੋਕ ਜਿਨ੍ਹਾਂ ਦਾ ਇਸ ਪੂਰੇ ਕੇਸ ਦੇ ਵਿੱਚ ਇਨਵੋਲਵਮੈਂਟ ਸੀਗਾ, ਕੱਲ ਉਹ ਬੀਬੀ ਆਪਣੀ ਕੋਠੀ ਜਿਹੜੀ ਚਾਬੀਆਂ ਦੇਣ ਤੋਂ ਬਾਅਦ ਪਹਿਲੀ ਵਾਰ ਐਂਟਰ ਹੋਈ ਤੇ ਉਹ ਪੂਰੀ ਕੋਠੀ ਦਾ ਮੁਆਇਨਾ ਦਿਖਾਇਆ ਵੀ ਦੇਖੋ ਇੱਥੇ ਇਹ ਸੀ, ਸਾਡੇ ਏਸੀ ਤੱਕ ਚੱਕ ਕੇ ਲੈ ਗਏ, ਆ ਸਾਡੇ ਫੁਹਾਰੇ, ਟੂਟੀਆਂ ਇਹ ਵੀ ਨਹੀਂ ਰਹਿਣ ਦਿੱਤੀਆਂ। ਔਰ ਪਿਛਲੀ ਸਾਈਡ ਜਾ ਕੇ ਉਹਨਾਂ ਨੇ ਦੱਸਿਆ ਵੀ ਦੇਖੋ ਕਿੰਨੀ ਕੰਸਟਰਕਸ਼ਨ ਕੀਤੀ ਹੋਈ ਹੈ। ਇਹ ਜਗ੍ਹਾ ਖਾਲੀ ਸੀ, ਅਸੀਂ ਬੱਚਿਆਂ ਦਾ ਇੱਕ ਸਵੀਮਿੰਗ ਪੂਲ ਬਣਾਇਆ ਸੀ ਇੱਥੇ, ਉਹ ਸਵੀਮਿੰਗ ਪੂਲ ਵੀ ਹੁਣ ਭਰ ਕੇ ਉੱਥੇ ਕੰਸਟਰਕਸ਼ਨ ਕਰਤੀ। ਗਨਮੈਨਾਂ ਦੇ ਰਹਿਣ ਦਾ, ਹੁਣ ਤੁਸੀਂ ਦੱਸੋ ਰੈਂਟ ਤੇ ਲਈ ਹੋਈ ਚੀਜ਼ ਦੇ ਉੱਤੇ ਕਦੀ ਕੰਸਟਰਕਸ਼ਨ ਕੀਤੀ ਜਾ ਸਕਦੀ ਹੈ? ਉਹ ਵੀ ਕੰਸਟਰਕਸ਼ਨ ਗਨਮੈਨ ਦੇ ਪਿੱਛੇ ਫੌਜ ਪੂਰੇ ਕਮਰੇ 3-4 ਬਣਾਏ ਹੋਏ ਨੇ। ਉਹ ਸਾਰੀ ਗੱਲਾਂ ਨਿਕਲੀਆਂ। ਹੁਣ ਬਾਜਵਾ ਸਾਹਿਬ ਤੇ ਜਿਹੜੇ ਖਹਿਰਾ ਸਾਹਿਬ ਨੇ, ਉਹ ਹੁਣ ਜਾਣ ਨਹੀਂ ਦਿੰਦੇ ਮਾਨੂਕੇ ਨੂੰ ਸਿੱਧਾ। ਅੱਗੇ ਚੱਲ ਕੇ ਐਕਸ਼ਨ ਹੋਏਗਾ ਨਹੀਂ ਹੋਏਗਾ, ਕਿਉਂਕਿ ਸਰਕਾਰ ਕਈ ਵਾਰ ਅੜ ਜਾਏ ਤੇ ਐਕਸ਼ਨ ਨਹੀਂ ਵੀ ਲੈਂਦੀ ਹੁੰਦੀ, ਪਰ ਉਹ ਐਕਸ਼ਨ ਲੈਣ ਵਾਸਤੇ ਮਜਬੂਰ ਜ਼ਰੂਰ ਕਰਨਗੇ। ਭਾਵੇਂ ਕਟਾਰੂ ਚੱਕ ਉਹਨਾਂ ਦੇ ਮਾਮਲੇ ਦੇ ਵਿੱਚ ਖਹਿਰਾ ਸਾਹਿਬ ਨੂੰ, ਬਾਜਵਾ ਸਾਹਿਬ ਨੂੰ ਕੋਈ ਸਕਸੈਸ ਨਾ ਮਿਲੀ ਹੋਏ ਗਵਰਨਰ ਸਾਹਿਬ ਦੇ ਗਵਰਨਰ ਹਾਊਸ ਦੇ ਚੱਕਰ ਲਾਉਣ ਦੇ ਬਾਵਜੂਦ, ਪਰ ਇਸ ਮੁੱਦੇ ਦੇ ਉੱਤੇ ਆਉਣ ਵਾਲੇ ਟਾਈਮ ਵਿੱਚ ਕਾਫੀ ਰਾਜਨੀਤੀ ਹੋਏਗੀ। ਔਰ ਇਸ ਗੱਲ ਦੀ ਕੰਸੋ ਕੱਲ ਦੀ ਉਸ ਐਜੀਟੇਸ਼ਨ ਤੋਂ ਲੱਗ ਗਈ। ਸਰਕਾਰ ਨਹੀਂ ਗੋਡੇ ਟੇਕਦੀ ਹੁੰਦੀ ਨਾ, ਉਹ ਵੀ ਵਿਰੋਧੀਆਂ ਦੇ ਕਹਿਣ ਤੇ। ਇਦਾਂ ਨਹੀਂ ਹੁੰਦਾ। ਹਾਂ ਚਲੋ, ਉਹ ਜਿਹੜੇ NRI ਆ ਉਹ ਭਾਵੇਂ 5-7 ਹੋਰ ਨੁਕਸਾਨਵੇਂ ਗਿਣਾ ਦੇਣ, ਜਿੰਨੀ ਇੱਕ
ਪੋਲੀਟੀਕਲ ਹਾਈਪ ਮਿਲ ਗਈ ਆ, ਮੇਰੇ ਖਿਆਲ ਉਹਨਾਂ ਦੇ ਨੁਕਸਾਨਾਂ ਦੀ ਪੂਰਤੀ ਤਾਂ ਅਗਲੇ ਕਰ ਹੀ ਦੇਣਗੇ, ਉਹਨਾਂ ਨੂੰ ਚੁੱਪ ਕਰਾਉਣ ਲਈ ਕੁਝ ਵੀ ਕਰਨਗੇ। ਇੱਕ ਦੋ ਏਸੀ ਤੇ ਭਾਵੇਂ ਜਿਹੜੇ ਨਾਮ ਹੀ ਪਹਿਲਾਂ ਲੱਗੇ ਹੋਣ, ਨਵੇਂ ਲਿਆ ਕੇ ਵੀ ਲਾਉਣ ਨੂੰ ਤਿਆਰ ਹੋਣਗੇ। ਇੰਦਰਪ੍ਰੀਤ ਜੀ ਅੱਗੇ ਚੱਲਦੇ ਆ, ਬੀਬੀਆਂ ਦੀ ਗੱਲ ਚੱਲਣ ਡਈ ਆ। ਸਾਡੀ ਇਸ ਸਟੇਟ ਦੇ ਕਿਆ ਭਾਗ ਨੇ, ਕਿਆ ਕਿਸਮਤ ਹੈ, ਸਾਡੀਆਂ ਕੁੜੀਆਂ, ਮੈਂ ਬੇਟੀਆਂ ਦੇ ਨਜ਼ਰੀਏ ਤੋਂ ਸਮਝਦਾ ਹਾਂ ਕਿ ਇਹ ਪੁੱਲ ਨੇ, ਇਹ ਸਾਡੀ ਸੁਸਾਇਟੀ ਦਾ ਇੱਕ ਉਹ ਹਿੱਸਾ ਨੇ ਜਿਨ੍ਹਾਂ ਕਰਕੇ ਇਹ ਸੁਸਾਇਟੀ ਰਹਿਣ ਯੋਗ ਹੈ, ਖੂਬਸੂਰਤ ਹੈ, ਸਲੀਕੇਦਾਰ ਹੈ, ਸੰਜਮੀ ਹੈ, ਇਮਾਨਦਾਰ ਹੈ। ਉਹ ਕੁੜੀਆਂ ਮੁੰਡਿਆਂ ਨੂੰ ਬਹੁਤ ਪਿੱਛੇ ਪਛਾੜ ਆਈਆਂ ਨੇ, ਬਹੁਤ ਪਿੱਛੇ। ਮਤਲਬ ਜਿਹੜੇ ਆ ਨਵੇਂ ਅੰਕੜੇ ਆ ਰਹੇ ਆ, ਸਾਂਝ ਤੁਸੀਂ ਪਵਾ ਦਿਓ, ਕੁਝ ਇੱਕ ਐਸੀਆਂ ਨੌਕਰੀਆਂ ਦੇ ਟੈਸਟਾਂ ਵਿੱਚੋਂ ਜੋ ਨਿਕਲ ਕੇ ਆਇਆ ਉਹ ਤਾਂ ਅੱਖਾਂ ਝੰਧਿਆਉਣ ਵਾਲਾ। ਇੰਜ ਲੱਗਦਾ ਕਿ ਜਿੰਨੀ ਲੇਟ ਸੀ ਨਾ, ਜਦੋਂ ਕਹਿੰਦੇ ਹੁੰਦੇ ਸੀ ਮਰਦ ਪ੍ਰਧਾਨ ਸਮਾਜ ਹੈ, ਉਹ ਲੇਟ ਇਹਨਾਂ ਕੁੜੀਆਂ ਨੇ ਕੱਢਤੀ ਹੈ, ਇਸ ਪੱਧਰ ਤੇ ਕੱਢਤੀ ਹੈ ਜਾ ਕੇ। ਉਮੀਦ ਨਹੀਂ ਸੀ ਕਿਸੇ ਨੂੰ, ਇਸ ਤਰ੍ਹਾਂ ਦੀ ਆਸ ਨਹੀਂ ਹੋ ਸਕਦੀ ਕਿ ਸਾਲਾਂ ਦੇ ਵਿੱਚ ਮਾਰ ਮਾਰ ਕੇ ਉਹ ਛੜੱਪੇ ਕੁੜੀਆਂ ਸਾਰਾ ਕੁਝ ਮਲੀਆ ਮੇਟ ਕਰਕੇ ਅੱਗੇ ਲੰਘ ਜਾਣਗੀਆਂ। ਬੜਾ ਚਾਅ ਹੈ ਸਾਨੂੰ ਇਸ ਗੱਲ ਦਾ। ਗੱਲ ਤੋਰੋ ਜਰਾ। ਰੰਧਾਵਾ ਸਾਹਿਬ, ਅਗਰ ਤੁਸੀਂ ਪਿਛਲੇ 8-10 ਸਾਲ ਦੇ ਰਿਜ਼ਲਟ ਦੇਖੋ, ਜਿਹੜੇ 10ਵੀਂ 12ਵੀਂ ਜਾਂ ਹੋਰ IIT JEE ਵਗੈਰਾ ਜਿੰਨੇ ਵੀ ਆਉਂਦੇ ਆ, ਤੁਹਾਨੂੰ ਸਾਰਿਆਂ 'ਚ ਇੱਕੋ ਹੈਡਿੰਗ ਕਾਮਨ ਹੀ ਮਿਲੇਗਾ ਕਿ ਬੇਟੀਆਂ ਨੇ ਮੱਲਾਂ ਮਾਰ ਲੀਆਂ, ਹੈ ਨਾ। 4-4 5-5 ਥਾਵਾਂ ਥੱਲੇ ਤੱਕ ਤਾਂ ਕੋਈ ਮੁੰਡਾ ਨਜ਼ਰ ਹੀ ਨਹੀਂ ਆਉਂਦਾ ਮੈਨੂੰ। ਮੈਂ ਤਾਂ ਕਦੇ ਦੇਖਿਆ ਨਹੀਂ ਵੀ ਕਿਸੇ ਮੁੰਡੇ ਦੀ ਵੀ ਫੋਟੋ ਲੱਗੀ ਹੋਵੇ ਪਹਿਲੇ ਦੂਜੇ। ਪਰ ਇਹ 8-10 ਸਾਲ ਦਾ ਵਰਤਾਰਾ ਹੈ। ਤਾਂ ਉਹ ਜਿਹੜੇ ਉਸ ਟਾਈਮ ਦੇ 10ਵੀਂ ਪਾਸ ਜਾਂ 12ਵੀਂ ਪਾਸ ਆਊਟ ਨੇ, ਉਹ ਅੱਜ ਨੌਕਰੀਆਂ ਵਾਲੀਆਂ ਥਾਵਾਂ ਤੇ ਵੀ ਪਹੁੰਚ ਗਏ, ਤੇ ਨੈਚੁਰਲੀ ਉਹ ਕਨਵਰਟ ਹੋਣਾ ਹੀ ਹੈ। ਖਾਸ ਤੌਰ ਤੇ ਇੰਟਰਸਟਿੰਗ ਪੁਆਇੰਟ ਇਹਦੇ 'ਚ ਇਹ ਹੈ ਕਿ ਜਿਹੜੇ ਮਹਿਕਮੇ ਸਿਰਫ ਔਰ ਸਿਰਫ ਬੰਦਿਆਂ ਲਈ ਮੰਨੇ ਜਾਂਦੇ ਸੀ, ਵੀ ਇੱਥੇ ਤਾਂ ਬੰਦੇ ਹੀ ਕੰਮ ਕਰ ਸਕਦੇ। ਪਟਵਾਰੀ ਬਹੁਤ ਤੁਹਾਨੂੰ ਘੱਟ ਤੁਸੀਂ ਦੇਖੋਗੇ, ਜੇ 1000 ਪਟਵਾਰੀਆਂ ਤਾਂ ਹੋ ਸਕਦਾ 2 ਜਾਂ 4 ਕਿਤੇ ਮਤਲਬ ਲੇਡੀ ਪਟਵਾਰੀ ਹੋਣ, ਬਾਕੀ ਤਾਂ ਸਾਰੇ ਹੀ ਜੈਂਟਸ ਹੁੰਦੇ ਸੀਗੇ। ਇਹ ਮੰਨੇ ਹੀ ਜਾਂਦੇ ਸੀ ਆਮ ਤੌਰ ਤੇ। ਪਰ ਹੁਣ ਜਿਹੜੇ ਟੈਸਟ ਹੋ ਰਹੇ ਨੇ, ਤਾਂ ਤੁਸੀਂ ਉਹਨਾਂ ਦੀ ਲਿਸਟ ਦੇਖੋ ਤਾਂ ਬੰਦੇ ਤੁਹਾਨੂੰ ਕਿਤੇ ਨਜ਼ਰ ਹੀ ਨਹੀਂ ਆਣਗੇ, ਸਾਰੀਆਂ ਦੇ ਸਾਰੀਆਂ ਕੁੜੀਆਂ ਹੀ ਨਜ਼ਰ ਆ ਰਹੀਆਂ ਨੇ। ਤੇ ਇਸੇ ਤਰ੍ਹਾਂ ਹੀ ਟੈਕਸੇਸ਼ਨ ਡਿਪਾਰਟਮੈਂਟ ਹੈ। ਟੈਕਸੇਸ਼ਨ ਡਿਪਾਰਟਮੈਂਟ ਕਿਉਂਕਿ ਉਹ ਸਾਰੇ ਫਲਾਈਂਗ ਸਕੁਐਡ ਦੇ ਵਿੱਚ ਹੁੰਦੇ ਆ, ਤਾਂ ਉੱਥੇ ਮੈਕਸਿਮਮ ਬੰਦੇ ਹੀ ਰੱਖਦੇ ਨੇ, ਕਿਉਂਕਿ ਇਸ 'ਚ ਕਈ ਵਾਰ ਲੜਾਈ ਝਗੜਾ ਵੀ ਹੋ ਜਾਂਦਾ ਹੈ, ਕਈ ਵਾਰ ਰਾਤ ਬਰਾਤੇ ਵੀ ਛਾਪੇਮਾਰੀਆਂ ਕਰਨੀਆਂ ਪੈਂਦੀਆਂ ਨੇ। ਤਾਂ ਮੈਨੂੰ ਟੈਕਸੇਸ਼ਨ ਮਿਨਿਸਟਰ ਜਿਹੜੇ ਹੈਗੇ ਆ ਹਰਪਾਲ ਚੀਮਾ ਜੀ, ਉਹ ਮੈਨੂੰ 2 ਦਿਨ ਪਹਿਲਾਂ ਦੱਸ ਰਹੇ ਸੀ ਵੀ ਮੈਨੂੰ ਬਹੁਤ ਹੈਰਾਨੀ ਹੁੰਦੀ ਹੈ ਕਿ ਸਾਡੇ ਮਹਿਕਮੇ 'ਚ ਜ਼ਿਆਦਾ ਹੈ ਹੀ ਲੇਡੀਜ਼ ਨੇ, ਮਤਲਬ ਜੈਂਟਸ ਹੈ ਹੀ ਨਹੀਂ। ਤੇ ਜਿਹੜੇ ਬੰਦੇ ਇਸ ਤੇ ਕੰਮ ਕਰ ਰਹੇ ਸੀਗੇ, ਜਿਹੜੇ ਛਾਪੇਮਾਰੀਆਂ ਵਾਲੇ ਵਿੰਗ ਨੇ ਸਾਡੇ, ਉਹਦੇ 'ਚ ਜਿਹੜੇ ਬੰਦੇ ਕੰਮ ਕਰ ਰਹੇ ਸੀ, ਉਹ ਮੇਰੇ ਕੋਲ ਅੱਜ ਕੱਲ੍ਹ ਸਿਫਾਰਿਸ਼ਾਂ ਕਰਦੇ ਨੇ ਜੀ ਸਾਨੂੰ ਹਟਾ ਕੇ ਉੱਤੇ ਕਿਤੇ ਹੋਰ ਲਗਾ ਦਿਓ ਜੀ, ਕੋਈ ਦੂਜੀ ਪੋਸਟਾਂ ਤੇ ਲਗਾ ਦਿਓ। ਕੋਈ ਇਸ ਤੇ ਲੱਗਣ ਲਈ ਤਿਆਰ ਹੀ ਨਹੀਂ। ਤੇ ਜਦ ਕੀ ਕਹਿੰਦਾ, ਜਦੋਂ ਮੈਂ ਲੇਡੀਜ਼ ਨੂੰ ਕਹਿੰਦਾ ਵੀ ਆਹ ਕੰਮ ਕਰਨਾ ਆਪਾਂ ਨੇ, ਤਾਂ ਇੰਨੀ ਮਤਲਬ ਸ਼ਿੱਦਤ ਨਾਲ ਕਰਦੀਆਂ ਨੇ ਕਿ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਵੀ ਯਾਰ ਬੰਦਿਆਂ ਨਾਲੋਂ ਮਤਲਬ ਲੇਡੀਜ਼ ਸਾਡੀਆਂ ਜਿਹੜੀਆਂ ਜਿਸ ਹਿਸਾਬ ਨਾਲ ਕਮਿਟਮੈਂਟ ਨਾਲ ਲੱਗੀਆਂ ਹੋਈਆਂ ਨੇ, ਮੈਨੂੰ ਲੱਗਦਾ ਕਿ ਸਾਡੇ ਮਹਿਕਮੇ ਬਹੁਤ ਜਲਦੀ ਪਟਰੀ ਤੇ ਆ ਜਾਣਗੇ। ਜੇ ਉਹਨਾਂ ਦੀ ਇਹ ਉਹਨਾਂ ਦੀ ਸਟੇਟਮੈਂਟ ਹੈ, ਮੇਰੀ ਨਹੀਂ, ਉਹਨਾਂ ਦੀ ਸਟੇਟਮੈਂਟ ਹੈ। ਪਰ ਮੈਨੂੰ ਲੱਗਦਾ ਵੀ ਉਹ ਗੱਲ ਠੀਕ ਹੀ ਕਹਿ ਰਹੇ ਨੇ, ਕਿਉਂਕਿ ਉਹਨਾਂ ਨੇ, ਜੇ ਤੁਹਾਨੂੰ ਯਾਦ ਹੋਊਗਾ, ਪਿਛਲੇ ਹਫਤੇ ਹੀ ਇੱਕ ਪ੍ਰੈਸ ਨੋਟ ਆਇਆ ਸੀ, ਜਦੋਂ ਰਾਤੀ ਸਾਰੇ ਪੰਜਾਬ ਦੇ ਵਿੱਚ ਬਾਰ ਜਿਹੜੇ ਹੈਗੇ ਨੇ, ਹੁੱਕਾ ਬਾਰ ਵੀ ਕਈ ਚੱਲਦੇ ਨੇ, ਉਹਨਾਂ 'ਚ ਜਦੋਂ ਛਾਪੇਮਾਰੀਆਂ ਹੋਈਆਂ ਨੇ, ਉਹ ਸਾਰੀ ਦੀ ਸਾਰੀਆਂ ਲੀਡ ਜਿਹੜੀ ਕੀਤੀ ਹੈ ਉਹ ਲੇਡੀ ਆਫੀਸਰਸ ਨੇ ਕੀਤੀ ਹੈ। ਇਹ ਦੇਖੋ, ਮੈਨੂੰ ਲੱਗਦਾ ਕਿ ਇਹ ਬਹੁਤ ਦਲੇਰੀ ਵਾਲਾ ਕੰਮ ਹੈ ਔਰ ਅੱਛਾ ਹੈ। ਇਹ ਬਹੁਤ, ਮੈਨੂੰ ਤਾਂ ਬਹੁਤ, ਜਿਵੇਂ ਕਹਿੰਦੇ ਨੇ ਕਿ ਇੱਕ ਪੋਜ਼ਿਟਿਵ ਜੀ ਖਬਰ ਮੈਨੂੰ ਲੱਗੀ ਹੈ, ਜਿਹਨੂੰ ਪੜ੍ਹ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ। ਮੈਂ ਤਾਂ ਬੜਾ ਉਸ ਤਰ੍ਹਾਂ ਹੀ ਅਭਿਭੂਤ ਹਾਂ ਇਸ ਤੋਂ। ਤੁਸੀਂ ਤੁਹਾਡੇ ਲੱਗ ਹੀ ਰਿਹਾ ਭਾਸ਼ਾ ਤੋਂ ਭਾਸਕਰ ਸਾਹਿਬ ਨੂੰ ਵੀ, ਕਿਉਂਕਿ ਭਾਸਕਰ ਸਾਹਿਬ ਦਾ ਵੀ ਅਨੁਭਵ ਬੜਾ ਵਿਸ਼ਾਲ ਹੈ। ਇਹ ਚੰਗਾ ਹੋ ਰਿਹਾ, ਮੈਨੂੰ ਲੱਗਦਾ ਸੁਸਾਇਟੀ ਦਾ ਸੰਤੁਲਨ ਬਣ ਰਿਹਾ ਕਿਤੇ, ਜਿਹੜਾ ਵਿਗੜਿਆ ਹੋਇਆ ਸੀ। ਦੇਖੋ, ਪਟਵਾਰੀ ਸ਼ਬਦ ਪੰਜਾਬ ਦੇ ਵਿੱਚ ਜਿਹੜਾ ਵੀ ਪਿੰਡਾਂ ਦੇ ਵਿੱਚ ਕੋਈ ਜ਼ਮੀਨ ਮਾੜੀ ਮੋਟੀ ਜੀ ਵੀ ਹੋਏ, ਉਹਦੇ ਵਾਸਤੇ ਪਟਵਾਰੀ ਦੀ ਕਿੰਨੀ ਕੋਈ ਇੰਪੋਰਟੈਂਸ ਹੁੰਦੀ ਹੈ, ਆਪਾਂ ਪੰਜਾਬੀ ਫਿਲਮਾਂ ਦੇ ਵਿੱਚ ਵੀ ਦੇਖ ਚੁੱਕੇ ਹਾਂ, ਔਰ ਐਕਚੁਅਲ ਜੀਵਨ ਦੇ ਵਿੱਚ ਵੀ ਜਦ ਵੀ ਤੁਹਾਨੂੰ ਪਟਵਾਰੀ ਦੀ ਲੋੜ ਹੁੰਦੀ ਹੈ ਤੇ ਉਹ ਇੰਪੋਰਟੈਂਸ ਸਾਨੂੰ ਨਜ਼ਰ ਆਉਂਦੀ ਹੈ। ਆਉਣ ਵਾਲੇ ਟਾਈਮ ਵਿੱਚ ਪਟਵਾਰੀ ਹਮੇਸ਼ਾ ਬੰਦਾ ਸਮਝਿਆ ਜਾਂਦਾ ਸੀ, ਪਰ ਜਿਹੜਾ ਇਹ ਟੈਸਟ ਦਾ ਰਿਜ਼ਲਟ ਆਇਆ ਔਰ ਜਿੰਨੀ ਜਿਹੜੀ ਕੁੜੀਆਂ ਹੈਗੀਆਂ ਉਹ ਪਟਵਾਰੀ ਬਣੀ ਹੈ, ਤੇ ਜਿਸ ਤਰ੍ਹਾਂ ਆਉਣ ਵਾਲੇ ਟਾਈਮ ਦੀ ਮੈਂ ਗੱਲ ਕਰ ਰਿਹਾ, ਉਹ ਕਿਹਾ ਪਟਵਾਰਨ ਨੂੰ ਬੁਲਾਓ, ਯਾਨੀ ਪਟਵਾਰੀ ਹੁਣ ਪਟਵਾਰਨ ਹੋ ਜੂਗੀ। ਇਹ ਗੱਲ ਦੇ ਇੰਡੀਕੇਸ਼ਨ ਨਿਕਲ ਕੇ ਆ ਰਹੇ ਨੇ, ਤੇ ਆਉਣ ਵਾਲੇ ਟਾਈਮ ਵਿੱਚ ਜ਼ਿਆਦਾ ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਪਟਵਾਰਨ ਹੋਏਗੀ, ਜਿਹਨੂੰ ਬੁਲਾ ਕੇ ਇਹ ਸਾਰਾ ਜ਼ਮੀਨ ਦੀ ਪੈਮਾਇਸ਼ ਵਗੈਰਾ ਕਰਾਈ ਜਾਏਗੀ। ਇਹ ਚੇਂਜ ਤੇ ਹੁਣ ਆਉਣ ਲੱਗਾ ਪੰਜਾਬ 'ਚ ਜੀ। ਇਹਨੂੰ ਖੈਰ ਮਕਦਮ ਕਰਨਾ ਬਣਦਾ ਹੈ। ਬੜੀ ਦੇਰ ਤੱਕ ਸਰਦਾਰੀ
ਮੇਲ ਡੋਮੀਨੇਟਡ ਸੁਸਾਇਟੀ ਵਜੋਂ ਬੰਦਿਆਂ ਦੀ ਰਹੀ ਹੈ, ਹੁਣ ਮਰਦ ਪ੍ਰਧਾਨ ਇਹ ਮੰਨ ਲਵੇ ਕਿ ਫਰਕ ਨਹੀਂ ਇਹਦੇ ਨਾਲ ਪੈਂਦਾ। ਇਹ ਸੰਤੁਲਨ ਐਵੇਂ ਬਣਦੇ ਵਿਗੜਦੇ ਰਹਿੰਦੇ ਆ। ਇਹਦੇ ਲਈ ਹਾਰਡ ਵਰਕ ਜ਼ਰੂਰੀ ਹੈ, ਇਹਦੇ ਲਈ ਕਮਿਟਮੈਂਟ ਜ਼ਰੂਰੀ ਹੈ। ਜਿਹੜਾ ਮਿਹਨਤ ਕਰੂਗਾ ਹੱਕ ਉਹਦਾ ਬਣਦਾ ਹੈ, ਦੂਜੇ ਦਾ ਹੱਕ ਨਹੀਂ ਬਣਦਾ ਹੈ। ਇਹ ਚੀਜ਼ਾਂ ਅਰਨ ਕਰਨੀਆਂ ਪੈਂਦੀਆਂ ਨੇ, ਕਮਾਉਣੀਆਂ ਪੈਂਦੀਆਂ ਨੇ, ਔਰ ਇਹ ਕਮਾਈ ਖੈਰ ਮਕਦਮ ਕਹਿਣ ਵਾਲੀ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।